ਵੈਲਕਮ ਆਪ ਸਾਰਿਆਂ ਨੂੰ ਔਰ ਸਤਿ ਸ੍ਰੀ ਅਕਾਲ, ਨਮਸਤੇ ਐਂਡ ਜੈ ਕ੍ਰਿਸ਼ਨਾ। ਥੈਂਕ ਯੂ ਜੀ। ਥੈਂਕਸ। ਐਂਡ ਅੱਜ ਦਾ ਆਪਣਾ ਟੌਪਿਕ ਹੈਗਾ ਆ ਕਿ ਕਿਹੜੀ ਐਸੀ ਚੀਜ਼ ਆ ਜਿਹਦੇ ਨਾਲ ਔਰਤ ਆਪਣੀ ਖੁਸ਼ੀ ਨੂੰ ਹਮੇਸ਼ਾ ਲਈ ਬਰਕਰਾਰ ਰੱਖ ਸਕਦੀ ਆ। ਉਹ ਚੀਜ਼ ਦੇ ਬਾਰੇ ਤੁਸੀਂ ਦੱਸਣਾ ਕਿ ਉਹ ਕੌਣ ਸੀ ਚੀਜ਼ ਆ ਜਿਹਦੇ ਨਾਲ ਉਹ ਆਪਣੀ ਖੁਸ਼ੀ ਨੂੰ ਬਰਕਰਾਰ ਰੱਖ ਸਕਦੀ ਆ। ਕਿਉਂਕਿ ਬਹੁਤ ਤਰ੍ਹਾਂ ਦਾ ਟਾਈਮ ਆ ਜਾਂਦਾ ਆ ਜ਼ਿੰਦਗੀ ਦੇ ਵਿੱਚ, ਕਦੀ ਔਖਾ ਟਾਈਮ ਸੌਖਾ ਟਾਈਮ ਜਾਂ ਕੋਈ ਹੋਰ ਕੋਈ ਪ੍ਰੋਬਲਮ ਆ ਜਾਂਦੀ ਆ, ਹਸਬੈਂਡ ਵੱਲੋਂ ਆ ਜਾਂਦੀ ਆ ਜਾਂ ਬੱਚਿਆਂ ਵੱਲੋਂ ਆ ਜਾਂਦੀ ਜਾਂ ਬਿਮਾਰੀ ਵੱਲੋਂ ਆ ਜਾਂਦੀ ਆ। ਕਈ ਤਰ੍ਹਾਂ ਦੀਆਂ ਪ੍ਰੋਬਲਮਸ ਹੋ ਸਕਦੀਆਂ। ਉਹ ਕਿਹੜੀ ਐਸੀ ਚੀਜ਼ ਆ ਜਿਹਦੇ ਨਾਲ ਕਿਉਂਕਿ ਕਈ ਵਾਰੀ ਇੱਦਾਂ ਦੀਆਂ ਚੀਜ਼ਾਂ ਦੇ ਨਾਲ ਔਰਤ ਦੀ ਖੁਸ਼ੀ ਛਿਣ ਜਾਂਦੀ, ਬਿਲਕੁਲ ਉਦਾਸ ਰਹਿਣ ਲੱਗ ਜਾਂਦੀ ਆ, ਕਿਉਂਕਿ ਉਹਦੇ ਕੋਲੋਂ ਖੁਸ਼ੀ ਹੁੰਦੀ ਨਹੀਂ। ਫਿਰ ਉਹ ਕਿਵੇਂ ਉਸ ਚੀਜ਼ ਨੂੰ ਬਰਕਰਾਰ ਰੱਖੇ? ਕਿਹੜੀ ਚੀਜ਼ ਦੀ ਕਮੀ ਆ ਜਿਹਦੇ ਕਾਰਨ ਉਹ ਆਪਣੀ ਖੁਸ਼ੀ ਨੂੰ ਬਰਕਰਾਰ ਨਹੀਂ ਰੱਖ ਸਕਦੀ? ਜਿਹਨੇ ਵੀ ਜਵਾਬ ਦੇਣਾ ਪਹਿਲਾਂ ਉਹ ਆਪਣਾ ਹੱਥ ਖੜਾ ਕਰਿਓ, ਫਿਰ ਮੈਂ ਇੱਕ ਇੱਕ ਜਣਾ ਕਰਕੇ ਦੱਸ ਦਿਓ ਨਾ। ਹਾਂਜੀ, ਆਪਣੇ ਮਾਸੀ ਜੀ। दुनिया ਦੇ ਵਿੱਚ ਮੁਕੰਮਲ ਜਹਾਂ किसी को नहीं मिलता, किसी को फर्श नहीं मिलता, किसी को अर्श नहीं मिलता। ਇਹ ਪੂਰੀ ਕੰਪਲੀਸ਼ਨ ਜਿਹੜੀ ਹੈਗੀ ਹੈ, ਸੈਟੀਸਫੈਕਸ਼ਨ ਇਨਸਾਨ ਨੂੰ ਕਰਨ ਵਾਸਤੇ, ਚਾਹੇ ਉਹ ਔਰਤ ਹੈ ਚਾਹੇ ਉਹ ਬੱਚਾ ਹੈ। ਨਹੀਂ, ਉਹ ਇਹ ਗੱਲ ਉਹਦੇ ਤੇ ਨਹੀਂ ਆਉਂਦੀ। ਉਹ ਜੇ ਤੁਸੀਂ ਕਹਿੰਦੇ ਆ ਕਿ ਵੀ ਹਾਂ ਸਭ ਨੂੰ ਮਤਲਬ ਸੇਮ ਚੀਜ਼ ਨਹੀਂ ਮਿਲਦੀ ਇਸ ਦੁਨੀਆ ਦੇ ਵਿੱਚ, ਪਰ ਆਪਣੀ ਖੁਸ਼ੀ ਦਾ ਮੀਨਿੰਗ ਮੈਂ ਇਹ ਨਹੀਂ ਕਹਿ ਰਹੀ ਕਿ ਤੁਸੀਂ ਕੋਈ ਤੁਹਾਡੇ ਕੋਲ ਵੱਡੇ ਘਰ ਹੋਣ ਜਾਂ ਬੈਂਕ ਬੈਲੈਂਸ ਬਹੁਤ ਜ਼ਿਆਦਾ ਹੋਵੇ, ਜਿਹੜਾ ਕਿ ਆਪਣੀ ਔਰਤ ਐਗਜ਼ਾਮਪਲ ਦੇ ਰਹੀ ਹਾਂ ਕਿ ਕਈ ਵਾਰੀ ਇਨਸਾਨ ਆਪਾਂ ਜੌਬ ਵੱਲੋਂ ਜਾਂ ਆਪਣੇ ਬਿਜ਼ਨਸ ਵੱਲੋਂ ਗਿਰ ਜਾਂਦੇ ਆ, ਤੇ ਉਹ ਇਨਸਾਨ ਫਿਰ ਦੁਖੀ ਇੰਨਾ ਹੋ ਜਾਂਦਾ ਕਿ ਉਹਦੀ ਖੁਸ਼ੀ ਸਾਰੀ ਛਿਨ ਜਾਂਦੀ ਆ। ਉਹ ਆਪਣੇ ਆਪ ਨੂੰ ਉੱਠਣ ਲਈ ਉਹਦੇ ਕੋਲ ਕੋਈ ਐਸੀ ਚੀਜ਼ ਹੈ, ਐਸੀ ਉਸਦੇ ਕੋਲ ਸੋਚ ਹੈ ਕਿ ਉਹ ਜਿਹਦੇ ਨਾਲ ਉਹ ਆਪਣੇ ਆਪ ਨੂੰ ਦੁਬਾਰਾ ਉੱਠ ਸਕੇ। ਜ਼ਰੂਰੀ ਨਹੀਂ ਗਾ ਕਿ ਤੁਸੀਂ ਬਹੁਤ ਅਮੀਰ ਹੋਵੋ। ਖੁਸ਼ੀ ਇਸ ਨੂੰ ਨਹੀਂ ਕਹਿੰਦੇ। ਖੁਸ਼ੀ ਆ ਕਿ ਜਿਹੜਾ ਤੁਸੀਂ ਆਪਣੇ ਆਪ ਦੀ ਘਰ ਨੂੰ ਚਲਾ ਸਕੋ, ਆਪਣੇ ਬੱਚੇ ਨੂੰ ਸਹੀ ਲਾਈਨ ਤੇ ਰੱਖ ਸਕੋ, ਉਹਨੂੰ ਦਿਸ਼ਾ ਪੂਰੀ ਦੇ ਸਕੋ, ਉਹਦਾ ਫਿਊਚਰ ਲਈ ਕੁਝ ਸੋਚ ਸਕੋ, ਅੱਛਾ ਕਰ ਸਕੋ, ਆਪਣੇ ਲਈ ਅੱਛਾ ਕਮਾ ਕੇ ਖਾ ਸਕੋ, ਜਾਂ ਜੋ ਵੀ ਆ ਤੁਸੀਂ ਜਿਹੜੇ ਵੀ ਤਰੀਕੇ ਨਾਲ ਆਪਣਾ ਘਰ ਚਲਾਉਂਦੇ ਹੋ। ਉਹੀ ਤਾਂ ਮੈਂ ਤੁਹਾਨੂੰ ਜਵਾਬ ਦੇ ਰਹੀ ਹੈਗੀ ਆ ਕਿ ਇਨਸਾਨ ਨੂੰ ਸਾਰਾ ਕਰ ਵੱਡਾ ਇੱਕ ਜਿਹੜੀ ਘਰ ਦਾ ਹੈਗਾ ਵੇ ਕਮਾਈ ਦਾ ਜਿਹੜਾ ਸੋਰਸ ਹੈਗਾ ਉਹ ਹੈਗਾ ਆਦਮੀ। ਔਰਤ ਅੱਗੇ ਘਰ ਨੂੰ ਸੰਭਾਲਣ ਵਾਲੀ। ਔਰਤ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਹੈਗਾ। ਅੱਛਾ, ਤੁਸੀਂ ਕਹਿੰਦੇ ਆ ਕਿ ਬਈ ਮਰਦ ਜਿਹੜਾ ਆ ਉਹ ਮਰਦ ਕਮਾ ਕੇ ਲਿਆਏਗਾ, ਹਾਂ ਪੁਰਾਣੇ ਜ਼ਮਾਨੇ ਦੀ ਗੱਲ ਹੈ। ਮੈਂ ਪੁਰਾਣੇ ਜ਼ਮਾਨੇ ਦੀ ਨਹੀਂ ਗੱਲ ਕਰਦੀ। ਪੁਰਾਣੇ ਜ਼ਮਾਨੇ 'ਚ ਤਾਂ ਔਰਤਾਂ ਦੇ ਨਾਲ ਬਹੁਤ ਕੁਝ ਹੋਇਆ, ਮੈਂ ਹੁਣ ਦੀ ਗੱਲ ਕਰਦੀ ਪਈ। ਔਰਤ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਹੈਗਾ। ਹਾਂ, ਪਰ ਹੌਸਲਾ ਕਿਸ ਲਈ ਨਹੀਂ ਛੱਡ? ਜੇ ਸਪੋਜ਼ ਐਗਜ਼ਾਮਪਲ ਮਰਦ ਤੁਹਾਡਾ ਸ਼ਰਾਬੀ ਕਬਾਬੀ ਹੋਵੇ, ਗਾਲੀਆਂ ਦਿੰਦਾ ਹੋਵੇ, ਠੀਕ ਹੈ ਹਨਾ, ਨਸ਼ੇ ਕਰਦਾ ਹੋਏ ਜਾਂ ਇੱਜ਼ਤ ਹੀ ਨਾ ਕਰਦਾ ਹੋਏ, ਮਤਲਬ ਉਹਨੂੰ ਹੈ ਹੀ ਨਹੀਂ ਮੇਰੀ, ਔਰ ਫਿਰ ਤੁਹਾਨੂੰ ਖੁਸ਼ੀ ਮਿਲ ਜਾਏਗੀ? ਖੁਸ਼ੀ ਇੰਨਾ ਕੰਮਾਂ ਵਿੱਚੋਂ ਨਹੀਂ ਮਿਲਦੀ ਹੈਗੀ। ਉਹ ਹੌਸਲਾ ਨਾ ਬੰਦਾ ਛੱਡੇ ਕਿ ਉਹਨੂੰ ਇਹ ਸਮਝੇ ਕਿ ਮੈਂ ਇਹ ਜ਼ਿੰਮੇਵਾਰੀ ਹੈਗੀ ਕਿ ਮੈਂ ਆਪਣੇ ਬੱਚਿਆਂ ਨੂੰ ਪਾਲਾਂ, ਜੇ ਮੈਂ ਖੁਸ਼ ਰਹਿਣਾ ਹੈਗਾ। ਅੱਛਾ, ਜ਼ਿੰਮੇਵਾਰੀ ਤੁਸੀਂ ਕਹਿੰਦੇ ਆ ਕਿ ਵੀ ਜ਼ਿੰਮੇਵਾਰੀ ਇਹ ਆ ਸਾਡੀ ਕਿ ਜਿਵੇਂ ਪਹਿਲਾਂ ਤੋਂ ਹੁੰਦਾ ਆ ਰਿਹਾ ਕਿ ਔਰਤ ਜਿਹੜੀ ਆ, ਮਰਦ ਚਾਹੇ ਗਾਲੀਆਂ ਦੇਵੇ, ਚਾਹੇ ਉਹ ਸ਼ਰਾਬਾ ਪੀਂਦਾ ਹੋਵੇ, ਨਸ਼ਾ ਕਰਦਾ ਹੋਏ, ਇੱਜ਼ਤ ਨਾ ਕਰਦਾ ਹੋਏ, ਲੇਕਿਨ ਉਹ ਹੌਸਲਾ ਨਾ ਛੱਡੇ, ਉਹ ਫਿਰ ਵੀ ਸਹੀ ਜਾਵੇ ਕਿ ਹਾਂਜੀ ਜੀ ਤੁਸੀਂ ਆਪਣੀ ਜ਼ਿੰਦਗੀ ਨੂੰ ਇਸੇ ਤਰੀਕੇ ਨਾਲ ਕੱਟਣਾ, ਉਹ ਹੌਸਲਾ ਬਰਕਰਾਰ ਰੱਖੇ। ਇਹਦਾ ਮਤਲਬ ਇਹ ਹੈ ਤੁਹਾਡਾ ਆਪਣਾ ਹੌਸਲਾ ਰੱਖੇ ਵੀ ਹਾਂ ਮੈਂ ਜਿਹਨੂੰ ਕਿ ਮੈਂ। ਅੱਛਾ ਚਲੋ, ਐਨੀਵੇ ਇਹਦੇ ਬਾਰੇ ਮੈਂ ਜਵਾਬ ਬਾਅਦ ਚ ਦਊਂਗੀ। ਪਹਿਲਾਂ ਮੈਂ ਦੇਖਦੀ ਤੁਹਾਡੇ ਕੋਲ ਉਹ ਜਵਾਬ ਆ ਸਕੇ। ਹੋਰ ਕੋਈ ਮੇਰੀ ਭੈਣ ਦੇਣਾ ਚਾਹੁੰਦੀ ਜਵਾਬ? ਕੀ ਹੋਣਾ ਚਾਹੀਦਾ ਆਪਣੇ? ਹਾਂਜੀ ਗੁਰਮੀਤ ਜੀ ਦੱਸੋ। ਮੈਂ ਤਾਂ ਇਹ ਕਹਿਣੀ ਚਾਹੁੰਦੀ ਆ ਵੀ ਆਪਾਂ ਜਿੱਦਾਂ ਆਪਣੇ ਆਪ 'ਚ ਕੋਈ ਸਕਿੱਲ ਏਦਾਂ ਦੀ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਆਪਣੇ ਆਪ ਨੂੰ ਨਾ ਉਹ ਤੇ ਮੁੜ ਕੇ ਖੜਾ ਹੋ ਜਾਵੇ ਕਿਸੇ ਵੀ ਤਰੀਕੇ। ਬਾਕੀ ਜਿਹੜੇ ਮਰਦਾਂ ਦੀ ਗੱਲ ਕਰਦੇ ਸ਼ਰਾਬ ਸ਼ਰੂਬ ਪੀਣ ਦੀ, ਇਹਨਾਂ ਨੂੰ ਇਗਨੋਰ ਕਰਨਾ ਚਾਹੀਦਾ। ਕਿੰਨਾ ਕੁ ਚਿਰ ਇਹਨਾਂ ਨੂੰ ਇਗਨੋਰ ਕਰੋ, ਉਹਨੂੰ ਕੱਢੋ ਬਾਹਰ ਕਰਕੇ। ਕਿੰਨਾ ਕੁ ਚਿਰ ਤੁਸੀਂ ਇਸੇ
ਜ਼ਮਾਨਾ ਬਦਲ ਗਿਆ। ਨਾ ਅਸੀਂ ਜੀ ਇਹਨੂੰ ਛੱਡਦੇ ਆ ਤੇ ਨਾ ਸਕਦੇ ਇਹਨਾਂ ਨੂੰ, ਹਨਾ। ਜਾਂ ਤਾਂ ਛੱਡ ਦੋ ਜਾਂ ਰੱਖ ਲਓ, ਫੇ ਜਾਂ ਤਾਂ ਸਫਰ ਕਰੋ ਜਾਂ ਫਿਰ ਰਹਿਣ ਦੋ। ਅੱਛਾ, ਤੁਹਾਡਾ ਮਤਲਬ ਕਹਿਣੇ ਦਾ ਕਿ ਕੋਈ ਸਕਿੱਲ ਆਪਣੀ ਉਹਦੇ ਕੋਲ ਹੋਵੇ ਤਾਂ ਆਪ ਕਮਾ ਲਏ। ਉਹ ਕਿੱਦਾਂ ਦੀ ਪੜ੍ਹਾਈ ਲਿਖਾਈ ਵੀ ਹੋਣੀ ਚਾਹੀਦੀ, ਆਪਣੇ ਆਪ ਨੂੰ ਕੋਈ ਇਦਾਂ ਦਾ ਸਕਿੱਲ ਲੱਭੋ। ਜਿੱਦਾਂ ਕਈ ਔਰਤਾਂ ਉਹ ਬੁਣ ਵੀ ਲੈਂਦੀਆਂ, ਕੁਛ ਵੀ, ਕੋਈ ਵੀ ਇਦਾਂ ਦਾ ਸਕਿੱਲ ਹੋਣਾ ਚਾਹੀਦਾ ਤੁਹਾਡੇ ਕੋਲ ਜਿਹੜਾ ਤੁਸੀਂ ਮੁੜ ਕੇ ਉੱਠ ਸਕੋ, ਹਨਾ। ਕੋਈ ਤਾਂ ਸਕਿੱਲ ਕਿਸੇ ਤਰ੍ਹਾਂ ਦਾ ਵੀ ਹੋਵੇ ਜਾਣੀ ਜਿਹੜਾ ਮੁੜ ਕੇ ਉੱਠ ਕਰੋ। ਬਾਕੀ ਤੁਸੀਂ ਮੁੜ ਕੇ ਉੱਠ ਸਕਦੇ ਆ ਜੇ ਤੁਸੀਂ ਉੱਠਣਾ ਚਾਹੋ। ਕਈ ਵਾਰੀ ਆਪਾਂ ਲੈਟ ਡਾਊਨ ਕਰਦੇ ਆ ਆਪਣੇ ਆਪ ਨੂੰ ਵੀ ਨਹੀਂ ਹੁਣ ਤਾਂ ਨਹੀਂ ਇਹ ਕੰਮ ਹੋਣਾ। ਇਹ ਕੰਮ ਕੋਈ ਵੀ ਨਹੀਂ ਜਿਹੜਾ ਨਹੀਂ ਹੁੰਦਾ, ਹੋ ਜਾਂਦਾ ਸਾਰਾ ਕੁਝ, ਥੋੜੀ ਜਿਹੀ ਹਿੰਮਤ ਥੋੜਾ ਮੁਸ਼ਕਲ ਹੁੰਦੀ ਹੈ। ਹਾਂਜੀ ਹਾਂ, ਥੋੜਾ ਜਿਹਾ ਫਿਰ ਹੌਸਲਾ ਰੱਖੋ ਨਾ, ਆਪਣਾ ਹੌਸਲਾ ਰੱਖੋ, ਮਤਲਬ ਕਦੇ ਕੰਮ ਕਰਨਾ ਹੀ ਕਰਨਾ ਹੈਗਾ। ਨਹੀਂ ਨਹੀਂ, ਹੌਸਲਾ ਮਾਸੀ ਜੀ ਇਦਾਂ ਨਹੀਂ ਰੱਖਿਆ ਜਾਂਦਾ ਕਿ ਹਾਂ ਮਰਦ ਸਾਡੀ ਬੇਇੱਜ਼ਤੀ ਕਰਦਾ ਰਵੇ, ਉਹ ਕਮਾ ਕੇ ਜਿਹੜਾ ਲਿਆਂਦਾ ਉਹ ਆਪਣੇ ਨਸ਼ੇ ਤੇ ਲਾ ਲਵੇ, ਬੱਚਿਆਂ ਦਾ ਪੂਰਾ ਨਾ ਕਰ ਪਾਵੇ। ਤੁਸੀਂ ਕਹਿੰਦੇ ਆ ਕਿ ਵੀ ਹੌਸਲਾ ਔਰਤ ਹੀ ਕਿਉਂ ਰੱਖਦੀ, ਬੰਦਾ ਕਿਉਂ ਨਹੀਂ ਹੌਸਲਾ ਰੱਖ ਸਕਦਾ? ਔਰਤ ਕੋਲ ਜ਼ਿਆਦਾ ਸ਼ਕਤੀ ਨਾ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ, ਕਿਉਂਕਿ ਜਿਹੜੀ ਤੁਸੀਂ ਕਹਿੰਦੇ ਆ ਕਿ ਔਰਤ ਦੇ ਕੋਲ ਸ਼ਕਤੀ, ਇਹਦਾ ਮੀਨਿੰਗ ਆ ਅੱਜ ਤੱਕ ਇਹੀ ਚੀਜ਼ ਹੁੰਦੀ ਆਈ ਔਰਤਾਂ ਦੇ ਨਾਲ ਕਿ ਔਰਤ ਹੌਸਲਾ ਰੱਖੇ, ਔਰਤ ਦੇ ਕੋਲ ਸ਼ਕਤੀ ਆ। ਸ਼ਕਤੀ ਸਭ ਨੂੰ ਪ੍ਰਮਾਤਮਾ ਨੇ ਇੱਕੋ ਜਿਹੀ ਦਿੱਤੀ ਆ, ਲੇਕਿਨ ਸ਼ਕਤੀ ਨੂੰ ਉਹ ਯੂਜ਼ ਕੋਈ ਕਰਨਾ ਚਾਹੁੰਦਾ, ਕਈ ਨਹੀਂ ਕਰਨਾ ਚਾਹੁੰਦੇ, ਹੈ ਨਾ। ਤੁਸੀਂ ਆਪਣੇ ਹੀਨਾ ਜੀ ਕੁਝ ਕਹਿਣਾ ਚਾਹੁੰਦੇ ਇਹਦੇ ਬਾਰੇ? मैं तो ये कहना चाहती हूँ कि ये बात ठीक है कि हमको हौसला रखना चाहिए, हिम्मत रखनी चाहिए, हिम्मत के साथ काम करना चाहिए। अगर पति मारता है, पीता है, छोड़ दो उससे, डिवोर्स दे दो, सेपरेशन हो जाओ। लेकिन बच्चे की तरफ आपकी जो जिम्मेदारी है वो आप पूरी करो, खुद कमाओ, बच्चे को पढ़ लिख के बड़ा करो, ऐसे बनाओ। ਅੱਛਾ, ਉਹਦੇ ਲਈ ਐਸੀ ਹੀਨਾ ਜੀ ਕਿਹੜੀ ਚੀਜ਼, ਮੈਂ ਪੁੱਛਿਆ ਕਿ ਕੌਣ ਸੀ ਐਸੀ ਤੁਹਾਡੇ ਕੋਲ ਚੀਜ਼ ਹੋਣੀ ਚਾਹੀਦੀ ਜਿਹੜਾ ਕਿ ਅਗਰ ਇਦਾਂ ਦਾ ਵਕਤ ਆ ਜਾਏ ਆਪਣੇ ਬੱਚੇ ਨੂੰ ਅੱਛੀ ਤਰੀਕੇ ਨਾਲ ਰੱਖ ਸਕੋ, ਆਪਣੀ ਜ਼ਿੰਦਗੀ ਅੱਛੀ ਚਲਾ ਸਕੋ, ਜਾਣੀ ਕਿ ਘਰ ਨੂੰ ਚਲਾ ਸਕੋ? ਕਿਹੜੀ ਐਸੀ ਤੁਹਾਡੇ ਕੋਲ ਚੀਜ਼ ਹੋਣੀ ਚਾਹੀਦੀ ਆ ਜ਼ਰੂਰੀ? पहले तो कुछ काम करके पैसे कमाने चाहिए। ਸਪੋਜ਼ ਐਗਜ਼ਾਮਪਲ ਤੁਹਾਡੇ ਕੋਲ ਪੜ੍ਹਾਈ ਵੀ ਨਹੀਂ ਹੈ ਤੇ ਜਾਂ ਫਿਰ ਤੁਹਾਡੇ ਕੋਲ ਕੋਈ ਐਸੇ ਨਜ਼ਦੀਕ ਹੋਣਾ, ਚਲੋ ਬਾਹਰ ਆਪਾਂ ਬੈਠੇ ਆ, ਇੱਥੇ ਤਾਂ ਠੀਕ ਹੈਗਾ ਹੈ ਨਾ, ਕੰਮ ਮਿਲ ਜਾਂਦੇ, ਪਰ ਲੇਕਿਨ ਕਈ ਦੇਸ਼ਾਂ ਦੇ ਵਿੱਚ ਇਦਾਂ ਹੈ ਕਿ ਜੌਬ ਵੀ ਨਹੀਂ ਮਿਲਦੀ, ਉਹ ਫਿਰ ਕੀ ਕਰਨ? ਕੀ ਚੀਜ਼ ਹੋਣੀ ਚਾਹੀਦੀ ਹੈ ਉਹਨਾਂ ਦੇ ਕੋਲ? थोड़ी हिम्मत तो रखनी चाहिए, कहीं ना कहीं ढूंढने से तो भगवान भी मिल जाते हैं, तो कहीं ना कहीं कुछ काम तो मिल जाएगा, कुछ ना कुछ काम करके। ऐसा नहीं है कि बाहर ही कमाने जाओ, घर में बैठे कुछ करके सिलाई, बुनाई, कढ़ाई। ਤੁਹਾਡਾ ਵੀ ਉਹ ਗੁਰਮੀਤ ਜੀ ਭੈਣ ਜੀ ਹੁਣ ਇਸ ਤਰ੍ਹਾਂ ਹੋ ਗਿਆ ਕਿ ਵੀ ਸਕਿੱਲ ਕੋਲ ਹੋਵੇ। ਓਕੇ, ਆਪਣੇ ਭੋਲੀ ਜੀ ਤੁਸੀਂ ਠਹਿਰਿਓ। ਮੈਨੂੰ ਵੀ ਇਹੀ ਸਮਝ ਲੱਗਦੀ ਕਿ ਜਦੋਂ ਦੁੱਖ ਸੁੱਖ ਸਭ ਦੇ ਆਉਂਦੇ ਆ ਨਾ, ਹਾਂਜੀ, ਕਦੀ ਖੁਸ਼ੀ ਆਉਂਦੀ ਆ, ਜਦੋਂ ਲਾਈਫ ਦੇ ਵਿੱਚ ਕਦੀ ਕਮੀ ਆਉਂਦੀ ਆ, ਔਰਤ ਨੂੰ ਇਕੱਲੀ ਨੂੰ ਤੇ ਨਹੀਂ, ਚਲੋ ਰਲ ਮਿਲ ਕੇ, ਕਈ ਵਾਰੀ ਹੁੰਦਾ ਫੈਮਿਲੀ ਜੇ ਚੰਗੀ ਆ ਤਾਂ ਰਲ ਮਿਲ ਕੇ ਉਹਦਾ ਹੱਲ ਕੱਢੋ। ਜੇ ਅਗਰ ਫੈਮਿਲੀ ਵੀ ਸਪੋਰਟ ਨਾ ਕਰੇ ਫਿਰ ਤੁਹਾਨੂੰ ਆਪ ਹੀ ਆਪਣੇ ਪੈਰਾਂ ਤੇ ਖੜੇ ਹੋਣਾ ਪੈਣਾ। ਹਾਂਜੀ, ਕੋਈ ਮਿਹਨਤ ਕਰਕੇ। ਹਾਂ, ਪਰ ਉਹਦੇ ਲਈ ਕਿਉਂਕਿ ਕਈ ਦਫਾ ਪੈਰਾਂ ਤੇ ਖੜਨਾ ਵੀ ਕਈਆਂ ਲਈ ਮੁਸ਼ਕਿਲ ਹੋ ਜਾਂਦਾ। ਉਹ ਕੀ ਚੀਜ਼ ਉਹ ਆਪਣੇ ਕੋਲ ਐਸੀ ਉਹਨਾਂ ਦੇ ਕੋਲ, ਔਰਤ ਦੇ ਕੋਲ ਜ਼ਰੂਰੀ ਹੋਣੀ ਚਾਹੀਦੀ ਜਿਹਦੇ ਨਾਲ ਉਹ ਦੁਬਾਰਾ ਪੈਰਾਂ ਤੇ ਖੜੀ ਹੋ ਸਕੇ? ਫਿਰ ਕੋਈ ਕੰਮ ਐਸਾ ਹੀ ਲੱਭਣਾ ਚਾਹੀਦਾ ਜਿਹੜਾ ਕਿ ਜੇ ਕੋਈ ਪੜ੍ਹਾਈ ਵੀ ਨਹੀਂ ਫਿਰ ਦੂਸਰਾ ਕੋਈ ਕੰਮ ਕਰੇ, ਕੋਈ ਘਰ ਬੈਠ ਕੇ ਸਿਲਾਈ, ਕੱਪੜੇ, ਕਿਉਂਕਿ ਸਕਿੱਲ ਕਿਸੇ ਨੂੰ ਲਰਨ ਕਰਨਾ। ਹਾਂ, ਓਕੇ। ਆਪਣੀ ਮਾਸੀ ਜੀ ਕੁਝ ਕਹਿਣਾ ਚਾਹੁੰਦੇ ਸੀ ਮੇਰੇ ਨਾਲ? ਹਾਂ, ਮੈਂ ਕਹਿਣਾ ਚਾਹੁੰਦੀ ਸੀ ਕਿ ਜਿਨ੍ਹਾਂ ਲੋਕਾਂ ਦੇ ਕੋਲ ਕੋਈ ਸਕਿੱਲ ਵੀ ਹੈ ਨਹੀਂ, ਕੱਪੜੇ ਸੀਨ ਵਾਸਤੇ ਤੁਹਾਨੂੰ ਸਕਿੱਲ ਚਾਹੀਦੀ ਹੈ, ਕੋਈ ਉਹ ਸਕਿੱਲ ਵੀ ਹੈ ਨਹੀਂ, ਇੰਡੀਆ ਵਿੱਚ ਜਾ ਕੇ ਦੇਖੋ, ਇੱਥੇ ਵੀ ਦੇਖੋ, ਤੁਸੀਂ ਘਰ ਘਰ ਜਾ ਕੇ ਲੋਕਾਂ ਦੇ ਪਾਲਿਸ਼ ਕਰ ਸਕਦੇ ਹੋ, ਕਲੀਨਿਕ ਹੱਲ ਕਰ ਸਕਦੇ ਹੋ, ਬੱਚਿਆਂ ਨੂੰ ਲੁੱਕ ਆਫਟਰ ਕਰ ਸਕਦੇ ਹੋ, ਹਾਊਸ ਕਲੀਨਿੰਗ ਜਾ ਕੇ ਕਿਸੇ ਬੁੱਢੇ ਬੁੱਢੀ ਲੁੱਕ ਆਫਟਰ ਕਰ ਸਕਦੇ ਹੋ, ਚਾਈਲਡ ਬਾਈਂਡਿੰਗ ਜੌਬ ਕਰ ਸਕਦੇ ਹੋ। ਕੋਈ ਨਾ ਕੋਈ ਔਰਤ ਕੋਲ ਹਿੰਮਤ ਹੋਣੀ ਚਾਹੀਦੀ ਹੈ, ਹੌਸਲਾ ਹੋਣਾ ਚਾਹੀਦਾ। ਇਸ ਦੇ ਬਾਰੇ ਮੈਂ ਤੁਹਾਨੂੰ ਕੁਐਸਚਨ ਇੱਕ ਪਾਉਣੀ ਆ ਕਿ ਜਿੱਦਾਂ ਤੁਸੀਂ ਕਿਹਾ ਕਿ ਅਗਰ ਜੇ ਉਹਦੇ ਕੋਲ ਕੋਈ ਸਕਿੱਲ ਵੀ ਹੈ ਨਹੀਂ, ਕਿਤੇ ਜੌਬ ਵੀ ਨਹੀਂ ਉਹਨੂੰ ਮਿਲ ਰਹੀ, ਉਹ ਕਿਸੇ ਦੇ ਘਰ ਜਾ ਕੇ ਬਰਤਨ ਸਾਫ਼ ਕਰਦਾ ਹੈ, ਕਿਸੇ ਨੂੰ ਕਿਸੇ ਬਜ਼ੁਰਗ ਨੂੰ ਦੀ ਸੇਵਾ ਕਰੇ ਔਰ ਕਲੀਨਿੰਗ ਕਰੇ ਜਾਂ ਜੋ ਵੀ ਤੁਸੀਂ ਕਿਹਾ। ਲੇਕਿਨ ਆਪਾਂ ਜੇ ਹੁਣ ਸਾਰੇ ਵਰਲਡ ਦੇ ਵਿੱਚ ਹੀ ਗਰੀਬ ਅਮੀਰ ਹਰ ਕੰਟਰੀ 'ਚ ਆ, ਠੀਕ ਹੈ ਨਾ, ਹਰ ਕੰਟਰੀ 'ਚ ਔਰਤ ਮੁਸ਼ਕਲਾਤ ਦਾ ਕਈ ਵਾਰੀ ਸਾਹਮਣਾ ਕਰਦੀ ਆ। ਇਹ ਜ਼ਰੂਰੀ ਨਹੀਂ ਆ ਕਿ ਵੀ ਆਪਾਂ ਗਰੀਬ ਮੁਲਕਾਂ ਨੂੰ ਕਹਿ ਦਈਏ, ਹੈਗਾ ਨਾ।
ਪਰ ਇਹਦੇ ਪਿੱਛੇ ਆਪਾਂ ਅਗਰ ਜੇ ਸੋਚੀਏ, ਜਿੱਦਾਂ ਤੁਸੀਂ ਕਿਹਾ ਕਿ ਕਲੀਨਿੰਗ ਕਰ ਲੈ, ਫਲਾਨਾ ਕਰ ਲੈ, ਜਾਂ ਜੋ ਵੀ ਆ, ਪਰ ਤੁਸੀਂ ਸੋਚਦੇ ਕਿ ਜੇ ਹੁਣ ਬਾਹਰ ਆਪਣੇ ਇੱਥੇ ਕੋਈ ਕੰਮ ਕਰਨਾ ਆਂਦਾ, ਘਰ ਦੇ ਵਿੱਚ ਕੋਈ ਕਲੀਨਿੰਗ ਵੀ ਕਰਨ ਆਂਦਾ, ਤੇ ਉਹ 8 ਪਾਉਂਡ 9 ਪਾਉਂਡ ਤੋਂ ਘੱਟ ਨਹੀਂ ਲੈਂਦਾ ਘੰਟੇ ਦਾ, ਠੀਕ ਹੈ ਹੈਨਾ। ਤੇ ਜਿਹੜਾ ਆਪਾਂ ਆਪਣੇ ਦੇਸ਼ 'ਚ ਜਾਂਦੇ ਆ, ਠੀਕ ਹੈ, ਆਪਣੇ ਦੇਸ਼ 'ਚ ਕੋਈ ਦਿੰਦਾ ਏਦਾਂ ਪੈਸੇ? ਨਹੀਂ ਦੇ ਰਿਹਾ। ਨਹੀਂ ਦੇ ਦਿਹਾੜੀ ਵੀ ਕਰਨ ਜਾਂਦਾ ਤੇ ਉਹਨੂੰ ਆਪਣੀ ਮਰਜ਼ੀ ਨਾਲ ਦਿਹਾੜੀ ਦਿੰਦੇ ਆ। ਕਈ ਦਫਾ ਕਹਿ ਦਿੰਦੇ ਵੀ ਅਸੀਂ ਤਾਂ ਇੰਨੇ ਪੈਸੇ ਦੇਣੇ, 150 ਹੀ ਦੇਣਾ, 200 ਹੀ ਦੇਣਾ ਸਾਰੀ ਦਿਹਾੜੀ ਦਾ। ਠੀਕ ਹੈ, ਠੀਕ ਹੈ, ਜਿਹੜੇ ਬਾਹਰ ਦਿਹਾੜੀ ਕਰਨ ਜਾਂਦੇ, ਜਿਹੜੇ ਘਰਾਂ 'ਚ ਕੰਮ ਕਰਨ ਜਾਂਦੇ ਆ, ਠੀਕ ਹੈ। ਉਹਨਾਂ ਨੂੰ ਤਾਂ ਕਹਿ ਦਿੰਦੇ ਆ ਜੀ, ਪਹਿਲੇ ਤੇ ਬੋਲਚਾਲ ਹੀ ਉਹਨਾਂ ਦੀ ਉਦਾਂ ਦੀ ਹੁੰਦੀ ਆ, ਦੂਸਰੀ ਆ ਫਿਰ ਰਿਸਪੈਕਟ ਨਹੀਂ ਪੂਰੀ ਹੁੰਦੀ, ਔਰ ਸੈਕੰਡਲੀ ਉਹਨਾਂ ਨੂੰ ਵੇਜਸ ਪੂਰੀ ਨਹੀਂ ਮਿਲਦੀ। ਕਿਉਂ? ਗਰੀਬ ਨਹੀਂ ਉੱਠ ਰਿਹਾ, ਤਾਂ ਹੀ ਨਹੀਂ ਨਾ ਉੱਠ ਰਿਹਾ। ਕਿਉਂਕਿ ਅਗਰ ਜੇ ਵੇਜਸ ਉਹਨਾਂ ਨੂੰ ਪੂਰੀ ਮਿਲਦੀ ਹੋਵੇ, ਜਿੱਦਾਂ ਹੁਣ ਇੰਡੀਆ 'ਚ ਕਹਿ ਦਿੰਦੇ ਘਰ ਘਰ ਦੇ ਵਿੱਚ ਜੀ ਸਾਡੇ ਤਾਂ 2 ਨੌਕਰ ਰੱਖੇ ਹੋਏ ਆ, ਸਾਡੇ 1 ਨੌਕਰ ਰੱਖਿਆ, ਸਾਡੇ 3 ਨੌਕਰ ਰੱਖੇ ਹੋਏ ਆ। ਅਗਰ ਪੂਰੀ ਵੇਜਸ ਦੇਣੀ ਹੋਵੇ, ਕਿਆ ਇੱਦਾਂ ਹੀ ਨੌਕਰ ਰੱਖਣ? ਇੱਥੇ ਕਿਉਂ ਨਹੀਂ ਫਿਰ ਹਰ ਕੋਈ ਇਨਸਾਨ ਨੌਕਰ ਰੱਖਦਾ? ਕਿਉਂਕਿ ਇੱਥੇ ਲਾਅ ਦੇ ਹਿਸਾਬ ਸਿਰ ਪੂਰੇ ਪੈਸੇ ਦੇਣੇ ਪੈਣੇ ਘੰਟੇ ਦੇ। ਠੀਕ ਹੈ, ਅਗਰ ਜੇ ਤੁਸੀਂ ਪੂਰੇ ਪੈਸੇ ਨਹੀਂ ਦੋਗੇ ਤਾਂ ਉਹ ਤੁਹਾਡਾ ਕੰਮ ਛੋੜ ਦੇਗੀ, ਜਾਂ ਫਿਰ ਤੁਹਾਡੀ ਰਿਪੋਰਟ ਕਰੇਗੀ। ਹਾਂ ਠੀਕ ਹੈ, ਲੇਕਿਨ ਇੰਡੀਆ ਦੇ ਵਿੱਚ ਤਾਂ ਨਾ ਤੁਸੀਂ ਰਿਪੋਰਟ ਕਰ ਸਕਦੇ ਆ, ਕਿਉਂਕਿ ਰਿਪੋਰਟ ਤੇ ਤਦ ਹੋਵੇ ਜੇ ਮੋਰੇ ਕੋਈ ਸੁਣਨ ਵਾਲਾ ਹੋਵੇ, ਠੀਕ ਹੈ, ਹੈਨਾ। ਤੇ ਇਸ ਕਰਕੇ ਜਦੋਂ ਨੌਕਰ ਜਿਹੜੇ ਰੱਖੇ ਹੋਇਆ, ਨੌਕਰ ਤਦ ਸਾਡੇ ਇੰਡੀਆ 'ਚ ਰੱਖੇ ਹੋਏ ਨੇ ਕਿਉਂਕਿ ਉੱਥੇ ਪੂਰੀ ਵੇਜਸ ਹੀ ਨਹੀਂ ਦੇਣੀ ਹੁੰਦੀ। ਠੀਕ ਹੈ। ਤਾਂ ਫਿਰ ਔਰਤ ਕੀ ਕਰੇ ਫਿਰ ਨਾ? ਉੱਥੇ ਇਹ ਲਾਅ ਹੀ ਹੈ ਨਹੀਂ ਕਿ ਤੁਸੀਂ ਮਿਨੀਮਮ ਵੇਜਸ। ਨਹੀਂ ਲਾਅ ਦੇ ਉੱਤੇ ਦੇਖੋ ਜੀ, ਮੈਂ ਗਵਰਨਮੈਂਟ ਦੇ ਉੱਪਰ ਨਹੀਂ ਜਾਂਦੀ। ਜੇ ਤੁਸੀਂ ਕਹੋ ਕਿ ਲਾਅ ਨੂੰ, ਨਹੀਂ ਮੈਂ ਗਵਰਨਮੈਂਟ ਜਾ ਰਹੀ, ਮੈਂ ਇੱਥੇ ਕਹਿੰਦੇ ਕਿ ਮਿਨੀਮਮ ਵੇਜਸ ਤੁਹਾਨੂੰ ਨਹੀਂ ਦੇਣੀ ਪੈਣੀ ਹੈਗੀ ਹੈ। ਹਾਂ, ਉੱਥੇ ਇਹ ਲਾਅ ਬਣਿਆ ਨਾ, ਇੱਥੋਂ ਕਹਿੰਦੇ ਦੇਣੀ ਪੈਣੀ ਹੈ। ਜੇ ਉੱਥੇ ਵੀ ਲਾਅ ਬਣ ਜਾਏ ਤਾਂ ਮਿਨੀਮਮ ਵੇਜਸ। ਹਾਂ ਫਿਰ ਗੱਲ ਤੇ ਸਾਰੀ ਉੱਥੇ ਹੀ ਆ ਗਈ ਕਿ ਔਰਤ ਨੂੰ ਗਰੀਬ ਹੀ ਰੱਖਣਾ ਹੈ ਹਾਂ, ਨਾ। ਗਰੀਬ ਹੀ ਜੇ ਅੱਛਾ ਚੱਲ, ਜੇ ਲਾਅ ਨਹੀਂਗਾ, ਇਨਸਾਨੀਅਤ ਹੈ ਨਾ ਇਨਸਾਨ ਦੇ ਵਿੱਚ, ਹਰ ਇੱਕ ਦੇ ਵਿੱਚ ਠੀਕ ਹੈ, ਇਨਸਾਨੀਅਤ ਹੈ ਨਾ, ਬਿਲਕੁਲ ਠੀਕ ਹੈ। ਉਹਦੇ ਲਈ ਤਾਂ ਲਾਅ ਨਹੀਂ ਚਾਹੀਦਾ। ਤੇ ਜਦ ਅਸੀਂ ਆਪਣੇ ਘਰ ਲਈ ਕਹਿੰਦੇ ਆ ਕਿ ਸਾਨੂੰ ਇੰਨਾ ਪੈਸਾ ਚਾਹੀਦਾ, ਸਾਡਾ ਘਰ ਚਲਾਉਣੇ, ਸਾਨੂੰ ਇਹ ਐਸ਼ ਚਾਹੀਦੀ ਆ, ਇਦਾਂ ਦੇ ਕੱਪੜੇ ਚਾਹੀਦੇ, ਤਾਂ ਕਿਆ ਅਸੀਂ ਦੂਸਰੇ ਨੂੰ ਇਨਸਾਨ ਕਿਉਂ ਨਹੀਂ ਸਮਝਦੇ? ਫਿਰ ਨੌਕਰ ਰੱਖੋ, ਲੇਕਿਨ ਉਸਨੂੰ ਵੇਜਸ ਪੂਰੀ ਦਿਓ। ਫਿਰ ਤਾਂ ਔਰਤ ਚਲੋ ਇਦਾਂ ਦਾ ਵੀ ਕੰਮ ਕਰਕੇ ਆਪਣਾ ਚਲਾ ਲੇਗੀ ਨਾ, ਠੀਕ ਹੈ ਨਾ। ਸੋ ਮੁਸ਼ਕਲਾਤ ਇਹ ਆ ਰਹੀ ਆ ਜਰਾ ਕਿ ਵੀ ਬਾਹਰਲੀਆਂ ਕੰਟਰੀਆਂ ਦੀ ਮੁਸ਼ਕਲਾਤ ਕਿਉਂ ਨਹੀਂ ਆਉਂਦੀ ਕਿ ਅਗਰ ਔਰਤ ਜੇ ਕੋਈ ਪ੍ਰੋਬਲਮ 'ਚ ਆਉਂਦੀ ਵੀ ਆ, ਤਾਂ ਅਗਰ ਜੇ ਉਹਦੇ ਕੋਲ ਪੜ੍ਹਾਈ ਵੀ ਨਹੀਂ ਆ, ਅਗਰ ਉਹਨੂੰ ਬਾਹਰ ਕਿਸੇ ਫੈਕਟਰੀ 'ਚ ਕੰਮ ਨਹੀਂ ਮਿਲੀ, ਜੋਬ ਥੋੜੀ ਦੇਰ ਲਈ, ਤਾਂ ਉਹ ਕਿਸੇ ਦੇ ਘਰ ਜਾ ਕੇ ਕੰਮ ਕਰ ਲੇਗੀ, ਉਹ ਫਿਰ ਹੀ ਉਨੇ ਹੀ ਪੈਸੇ ਕਮਾਏਗੀ। ਠੀਕ ਹੈ। ਕਿਉਂਕਿ ਇੱਥੇ ਦਾ ਤੇ ਉੱਥੇ ਦਾ ਬਹੁਤ ਫਰਕ ਆ। ਅਸੀਂ ਇੱਥੇ ਰਹਿੰਦੇ ਹੋਏ ਵੀ ਅਸੀਂ ਉੱਥੋਂ ਆਏ ਆ, ਪਰ ਲੇਕਿਨ ਅਸੀਂ ਲਰਨ ਨਹੀਂ ਕਰਦੇ ਫਿਰ ਵੀ। ਹਾਂ ਗੁਰਮੀਤ ਭੈਣ ਜੀ ਕੀ ਕਹਿਣਾ ਚਾਹੁੰਦੇ ਨੇ ਜੀ? ਹਾਂਜੀ, ਮੈਂ ਤਾਂ ਇਹ ਕਹਿਣਾ ਚਾਹੁੰਦੀ ਸੀ, ਜਿੱਦਾਂ ਹੁਣ ਆਪਾਂ ਪਹਿਲਾਂ ਕਹਿ ਹਟੇ ਨਾ ਵੀ ਔਰਤਾਂ ਨੂੰ ਜਿੱਦਾਂ ਮਤਲਬ ਕਰ ਲੈਣਾ ਚਾਹੀਦਾ, ਉਹਦਾ ਕੀ ਕਹਿੰਦੇ ਸਬਰ, ਕੀ ਕਿਹਾ ਸੀ ਭੈਣ ਜੀ ਨੇ, ਸਬਰ ਕਰ ਲੈਣਾ ਚਾਹੀਦਾ, ਜੋ ਵੀ ਮਰਜ਼ੀ ਇਹਨਾਂ ਨੇ ਕਿਹਾ ਸੀ। ਹਿੰਮਤ ਕਰਨੀ ਚਾਹੀਦੀ, ਹਿੰਮਤ ਸਬਰ ਹੈ। ਔਰ ਸਬਰ ਹਿੰਮਤ ਇੱਕੋ ਜਿਹੀ ਚੀਜ਼ ਆ ਗਈ। ਨਹੀਂ ਸਬਰ ਹੋਰ ਚੀਜ਼, ਹਿੰਮਤ ਹੋਰ ਚੀਜ਼ ਹੈਗੀ ਹੈ। ਪਰ ਨਹੀਂ ਅੱਛਾ ਚਲੋ, ਉਹਨੂੰ ਹਿੰਮਤ ਆਲਵੇਸ ਕਿਉਂ ਕਰਨੀ ਪੈਂਦੀ ਹੈ? ਠੀਕ ਹੈ। ਮੈਂ ਤੁਹਾਡਾ ਕੁਐਸਚਨ ਪਾਇਆ ਤੁਹਾਨੂੰ ਵੀ ਔਰਤ ਕਿਉਂ ਹਮੇਸ਼ਾ ਹਿੰਮਤ ਕਰੇ? ਜਿਹੜਾ ਮਰਦ ਆ ਉਹ ਇਹੀ ਕਹਿੰਦਾ ਮੈਂ ਕਮਾਉਣਾ ਆ, ਮੈਂ ਕਮਾ ਕੇ ਪੀ ਲਿਆ, ਬਸ ਠੀਕ ਹੈ, ਪੀ ਲਿਆ, ਸੌ ਲਿਆ ਤੇ ਕੰਮ ਤੇ ਲੱਗ ਗਿਆ, ਠੀਕ ਹੈ ਨਾ। ਤਾਂ ਫਿਰ ਉਹ ਕਾਹਤੋਂ ਨਹੀਂ ਹਿੰਮਤ ਕਰਦਾ? ਅੱਛਾ ਆਪਾਂ ਕਹਿੰਦੇ ਆ, ਆਪਾਂ ਭੈਣ ਜੀ ਲਿਆ ਰਹੇ ਆ ਇਹ ਗੱਲ ਨੂੰ ਕਿ ਜਿੱਦਾਂ ਆਪਣੇ ਮਾਸੀ ਜੀ ਨੇ ਕਿਹਾ ਆ ਕਿ ਬਈ ਜ਼ਿੰਦਗੀ ਦੇ ਵਿੱਚ ਅਸੀਂ ਕਿਸੇ ਦੇ ਉੱਤੇ ਡਿਪੈਂਡ ਰਹਾਂਗੇ। ਨਹੀਂ, ਡਿਪੈਂਡ ਰਹਿਣਾ ਨਹੀਂ ਚਾਹੀਦਾ ਸਾਨੂੰ। ਹਾਂ ਮੈਂ ਤੁਹਾਨੂੰ ਜਵਾਬ ਦੇਣ ਲੱਗੀ ਆ ਕਿ ਤੁਹਾਡੇ, ਹੁਣ ਮੈਂ ਸਾਰਿਆਂ ਦਾ ਜਵਾਬ ਲੈ ਲਿਆ ਕਿ ਤੁਹਾਡੇ ਜਵਾਬ ਦੇ ਵਿੱਚੋਂ ਹੁਣ ਮੈਂ ਐਂਡ ਤੇ ਜਾ ਕੇ ਤੁਹਾਨੂੰ ਇਹ ਜਵਾਬ ਦੇਣ ਲੱਗੀ ਆ ਕਿ ਇਨਸਾਨ ਨੂੰ ਪਿੱਛੇ ਜੀ ਗੱਲ ਇਹ ਹੈ, ਡਿਪੈਂਡ ਨਹੀਂ ਰਹਿਣਾ ਚਾਹੀਦਾ ਕਿਸੇ ਤੇ, ਲੇਕਿਨ ਅਗਰ ਤੁਹਾਡਾ ਮਰਦ ਖਰਾਬ ਹੈ ਜਾਂ ਇਦਾਂ, ਤੁਹਾਨੂੰ ਆਪਣਾ ਮਾੜਾ ਸਕਿੱਲ ਸਿੱਖ ਲੈਣਾ ਚਾਹੀਦਾ। ਤੁਹਾਨੂੰ ਪਤਾ ਹੀ ਉਹਨੇ ਕਿਹੜੇ ਵੇਲੇ ਤੁਹਾਨੂੰ ਧੱਕਾ ਦੇ ਦੇਣਾ ਉਸ ਬੰਦੇ ਨੇ। ਮੋਸਟਲੀ ਮਰਦ ਧੱਕਾ ਨਹੀਂ ਦਿੰਦੇ, ਜਿਨ੍ਹਾਂ ਨੂੰ ਔਰਤਾਂ ਚੁੱਪ ਕਰਕੇ ਬੈਠੀਆਂ ਰਹਿੰਦੀਆਂ ਸਹੀ ਜਾਂਦੀਆਂ, ਉਹ ਧੱਕਾ ਨਹੀਂ ਦਿੰਦੇ ਕਿਉਂਕਿ ਉਹਨਾਂ ਨੂੰ ਪਤਾ ਇਹਨਾਂ ਨੇ ਕੱਟੀ ਜਾਣਾ। ਤੇ ਜੇ ਤੁਹਾਡੇ ਕੋਲ ਗੁਣ ਹੋਊਗਾ ਤਾਂ ਤੁਸੀਂ ਉਹਨੂੰ ਧੱਕਾ ਦੇ ਸਕਦੇ ਨਾ। ਲੇਕਿਨ ਉਹਦੇ ਪਿੱਛੇ ਵੀ ਕਈ ਚੀਜ਼ਾਂ ਹੈਗੀਆਂ ਜਿਹੜਾ ਕਿਉਂਕਿ ਉਹਦੇ ਪਿੱਛੇ ਵੀ ਡਰ ਆ, ਕਿਉਂਕਿ ਸਾਡੀ ਕਮਿਊਨਿਟੀ ਸਾਨੂੰ ਜਿਹੜੀ ਆ ਨਾ ਉਹ ਜੀਣਾ ਮੁਸ਼ਕਲ ਕਰ ਦਿੰਦੀ ਆ। ਕਿਉਂਕਿ ਅਸੀਂ ਜਦੋਂ ਡਰਦੇ ਆ ਕਮਿਊਨਿਟੀ ਤੋਂ, ਲੋਕਾਂ ਤੋਂ ਡਰਦੇ ਆ, ਅਸੀਂ ਆਪਣੇ ਲਈ ਨਹੀਂ ਸੋਚਦੇ।
ਨਹੀਂ ਫਿਰ ਹੁਣ ਕਮਿਊਨਿਟੀ ਬਦਲਣੀ ਪੈਣੀ ਹੈ, ਕਮਿਊਨਿਟੀ ਬਦਲੀ ਨਹੀਂ ਅੱਛਾ ਬਹੁਤ। ਐਨੀਵੇ ਮੈਂ ਇਹਦੇ ਲਈ ਤੁਹਾਨੂੰ ਹਾਂ ਆਪਣੇ ਮਾਸੀ ਜੀ ਪਹਿਲਾਂ ਕੁਝ ਕਹਿਣਾ ਚਾਹੁੰਦੇ? ਮੈਂ ਇਹ Shortcut। ਕਹਿਣਾ ਚਾਹੁੰਦੀ ਆ ਕਿ ਤੁਸੀਂ ਸਾਰਿਆਂ ਕੋਲ ਸਾਡੇ ਤੋਂ ਕਾਫੀ ਦੇਰ ਤੁਸੀਂ ਆਏ ਹੋ ਗੁਰਮੀਤ ਭੈਣ ਜੀ। ਜਦੋਂ ਇੱਥੇ ਪਹਿਲੇ ਇੰਗਲੈਂਡ ਦੇ ਵਿੱਚ ਆਏ ਔਰ ਮਰਦਾਂ ਨੇ ਪਹਿਲਾਂ ਆਪ ਇਕੱਲੇ ਇੱਥੇ ਆਏ, ਆਪ ਪੱਬਾਂ ਜਾਂਦੇ ਰਹੇ, ਸ਼ਰਾਬਾਂ ਸ਼ਰੂਬਾ ਪੀਂਦੇ ਰਹੇ, ਉਹਨੇ ਪਹਿਲਾਂ ਆਪਣੀ ਵਾਈਫ ਇੱਥੇ ਸਾਡੇ ਕੋਲ ਪਹਿਲਾਂ ਆਪਣੀ ਕਾਰ ਚਲਾਉਣੀ ਸਿਖਾਈ। ਇਸ ਕਰਕੇ ਉਹਨੂੰ ਕਾਰ ਚਲਾਉਣੀ ਸਿਖਾਈ, ਅਸੀਂ ਪੱਬ 'ਚ ਪੀ ਕੇ ਆਵਾਂਗੇ, ਸਾਡੀ ਜਿਹੜੀ ਵਾਈਫ ਹੈਗੀ ਹੈ ਸਾਨੂੰ ਡਰਾਈਵਰ ਕਰ ਲੈ ਹੈਗੀ। ਉਸ ਟਾਈਮ ਔਰਤਾਂ ਹੈ ਨਹੀਂ ਫਿਰ ਵਾਈਫ ਨਾ ਤੇ ਆਪੇ ਇਟਸ ਨਾਟ ਤੇ ਫਿਰ ਨਹੀਂ ਨਹੀਂ ਕੰਮ ਵੀ ਇਹ ਕੀਤਾ ਉਹਨਾਂ ਨੇ ਇੱਥੇ ਆ ਅੱਛਾ ਕੇ। ਗੁਰਮੀਤ ਜੀ ਠਹਿਰੋ ਜਰਾ ਮਾਸੀ ਜੀ, ਮੈਂ ਤੁਹਾਨੂੰ ਇਹਦਾ ਜਵਾਬ ਦਿੰਦੀ ਆ। ਜਿਹੜਾ ਤੁਸੀਂ ਕਹਿੰਦੇ ਆ ਕਿ ਵੀ ਉਹ ਕਾਰਾਂ 'ਚ ਸਿਖਾਈਆਂ ਵੀ ਉਹ ਸਾਨੂੰ ਲੈ ਕੇ ਆਉਣ, ਹਾਂ ਮੈਂ ਮੰਨਦੀ ਆ ਇਹ ਹੁੰਦਾ ਰਿਹਾ, ਕਿਉਂਕਿ ਸ਼ਾਮ ਨੂੰ ਜਦ ਮੈਂ ਆਈ ਆ ਮੈਂ ਵੀ ਲੋਕਾਂ ਦੇ ਘਰਾਂ 'ਚ ਜਿੱਦਾਂ ਕਦੀ ਜਾਓ ਤਾਂ ਪਤਾ ਲੱਗਦਾ ਸੀ ਵੀ ਜੀ ਮਰਦ ਗਏ ਹੋਏ ਨੇ ਪੱਬ 'ਚ ਗਏ ਹੋਏ, ਉਹ ਉਹਨਾਂ ਨੇ ਆਣਾ ਜੀ 11 ਵਜੇ ਤੁਰ ਲਓ ਇਹਨੇ ਸਾਨੂੰ ਆਪੇ something, ਕਰ ਲਓ 12 ਦੇ ਵਿੱਚ ਨਾ ਆ ਗਈ ਆ। ਕੰਮ ਤੋਂ ਸਿੱਧੇ ਉੱਥੇ ਜਾਂਦੇ ਸੀ। ਇਹ ਚੀਜ਼ਾਂ ਦੇਖ ਕੇ ਬੜੀ ਹੈਰਾਨਗੀ ਆਉਂਦੀ ਸੀਗੀ ਵੀ ਇਹਨਾਂ ਨੂੰ ਕੁਛ ਗੁੱਸਾ ਨਹੀਂ ਲੱਗਦਾ ਔਰਤਾਂ ਨੂੰ। ਪਰ ਉਹ ਖੁਸ਼ ਹੈਗੀਆਂ ਸੀ, ਉਹ ਖੁਸ਼ ਹੈਗੀਆਂ ਸੀ। ਨਹੀਂ ਖੁਸ਼ ਇਦੋਂ ਸੀ। ਸਾਨੂੰ ਬਰਾਬਰ ਦਰਜਾ ਮਿਲਦਾ। ਨੋ ਮਾਸੀ ਜੀ, ਇਹ ਜਿਹੜੀ ਇਹਦੇ ਪਿਛਲਾ ਲੌਜਿਕ ਜਿਹੜਾ ਹੈ ਨਾ ਉਹਨੂੰ ਸਮਝੋ। ਹਾਂ ਕਿਉਂਕਿ ਅਗਰ ਤੁਸੀਂ ਜੜ ਨੂੰ ਨਹੀਂ ਨਾ ਦੇਖੋਗੇ, ਉੱਪਰੋਂ ਹੀ ਦੇਖੋਗੇ ਤਾਂ ਫਿਰ ਸੋਲਵ ਨਹੀਂ ਹੋ ਸਕਦਾ ਕੁਝ ਵੀ। ਅਗਰ ਤੁਸੀਂ ਕਹਿੰਦੇ ਆ ਕਿ ਵੀ ਉਹ ਉਸ ਟਾਈਮ ਤੇ ਇਦਾਂ ਕਰਦੀਆਂ ਸੀ, ਉਹ ਤਦ ਕਰਦੀਆਂ ਸੀ ਕਿਉਂਕਿ ਉਸ ਟਾਈਮ ਤੇ ਉਹਨਾਂ ਦੀ ਸੋਚ ਹੋ ਸਕਦਾ ਉਦਾਂ ਦੀ ਸੀ, ਕਿਉਂਕਿ ਪਿੱਛੋਂ ਹਾਂ ਤਾਂ ਸੋਚ ਨੂੰ ਜਿੱਦਾਂ ਜਿੱਦਾਂ ਟਾਈਮ ਚੇਂਜ ਹੁੰਦਾ ਜਾਂਦਾ ਸੋਚ ਨੂੰ ਕਿਉਂ ਨਹੀਂ ਬਦਲਦੇ ਸੀ? ਬਦਲ ਹੈ ਨਾ? ਹੁਣ ਜਦੋਂ ਅਸੀਂ ਸੋਚ ਨੂੰ ਬਦਲ ਲਵਾਂਗੇ ਤਾਂ ਸਾਡਾ ਸਾਰਾ ਕੁਝ ਠੀਕ ਹੋ ਸਕਦਾ। ਅਗਰ ਤੁਸੀਂ ਉੱਥੇ ਹੀ ਬੈਠੇ ਰਹਿਣਾ ਚਾਹੁੰਦੇ, ਜਿਹੜੀਆਂ ਹੁਣ ਵੀ ਔਰਤਾਂ ਜਿਹੜੀਆਂ ਹੁਣ ਕਈ ਆ ਉਹ ਸਫ਼ਰ ਕਰਦੀਆਂ ਬੁਢਾਪੇ 'ਚ ਕਿਉਂਕਿ ਉਹਨਾਂ ਨੇ ਕਾਰ ਹੀ ਨਹੀਂ ਸਿੱਖਿਆ, ਚਲਾਣਾ ਨਹੀਂ ਸਿੱਖਿਆ ਤਾਂ ਸਫ਼ਰ ਕਰਦੀਆਂ ਨੇ। ਔਰ ਦੂਸਰੀ ਗੱਲ ਇਹ ਆ ਕਿ ਕਈਆਂ ਨੇ ਕੋਈ ਜਿੱਦਾਂ ਡਿਪੈਂਡ ਰਹੀਆਂ ਪਹਿਲਾਂ ਹਸਬੈਂਡ ਦੇ ਫਿਰ ਬੱਚਿਆਂ ਦੇ ਡਿਪੈਂਡ ਹੈ ਨਾ ਹੁਣ ਵੀ ਇਸ ਵੇਲੇ ਵੀ ਠੀਕ ਹੈ। ਬਾਹਰਲੀਆਂ ਕੰਟਰੀਆਂ 'ਚ ਮੈਂ ਇਕੱਲੀ ਮੈਂ ਆਪਣੇ ਦੇਸ਼ ਦੀ ਨਹੀਂ ਗੱਲ ਕਰਦੀ, ਸਾਰੀਆਂ ਕੰਟਰੀਆਂ 'ਚ ਕਈ ਤੀਵੀਆਂ ਉਹ ਚਾਹੇ ਕਿਸੇ ਵੀ ਚਾਹੇ ਕੋਈ ਇੰਗਲਿਸ਼ ਹੋਏ ਆਪਣੀ ਏਸ਼ੀਅਨ ਹੋਏ ਕੋਈ ਵੀ ਹੋਏ, ਜਿਹੜੀ ਡਿਪੈਂਡ ਰਹਿੰਦਾ ਬੰਦਾ ਉਹ ਚਾਹੇ ਬੱਚੇ ਦੇ ਡਿਪੈਂਡ ਰਹਿ ਰਿਹਾ, ਚਾਹੇ ਹਸਬੈਂਡ ਤੇ ਡਿਪੈਂਡ ਰਹਿ ਰਿਹਾ, ਚਾਹੇ ਕਿਸੇ ਹੋਰ ਤੇ ਡਿਪੈਂਡ ਰਹਿ ਰਿਹਾ, ਡਿਪੈਂਡ ਰਹਿਣ ਦੇ ਨਾਲ ਤੁਸੀਂ ਫਿਰ ਤੁਹਾਡੇ ਅੰਦਰ ਡਰ ਪੈਦਾ ਹੁੰਦਾ। ਇੱਕ ਜਿਹੜਾ ਡਰ ਆ ਉਹ ਫਿਰ ਤੁਹਾਨੂੰ ਕਿਸੇ ਪਾਸੇ ਵੀ ਨਿਕਲ ਨਹੀਂ ਦਿੰਦਾ। ਜਿਵੇਂ ਹੁਣ ਮੈਂ ਕਮਿਊਨਿਟੀ ਦਾ ਡਰ ਤੁਹਾਨੂੰ ਕਹਿ ਦਿੱਤਾ ਕਿ ਕਮਿਊਨਿਟੀ ਤੁਹਾਨੂੰ ਜਿਹੜੀ ਆ ਨਾ ਉਹ ਤੁਹਾਨੂੰ ਗੱਲਾਂ ਕਰਦੀ ਆ ਵੀ ਉਹ ਔਰਤ ਡਰਦੀ ਆ, ਹਾਏ ਅਗਰ ਜੇ ਮੈਂ ਹੁਣ ਮੇਰਾ ਆਦਮੀ ਮਾਰਦਾ ਕੁੱਟਦਾ ਜਾਂ ਸ਼ਰਾਬ ਪੀਂਦਾ ਆ, ਉਹ ਪੂਰੇ ਪੈਸੇ ਦਾ ਘਰ ਦਾ ਪੂਰਾ ਖਰਚਾ ਨਹੀਂ ਚੱਲਦਾ ਕਿਉਂਕਿ ਸ਼ਰਾਬ ਦਾ ਖਰਚਾ ਸਿਰਕਟਾਂ ਤੇ ਖਰਚਾ ਹੋ ਜਾਂਦਾ, ਤੇ ਉਹ ਕਹਿ ਨਹੀਂ ਸਕਦੀ ਉਸਨੂੰ। ਜੇ ਛੋੜਦੀ ਆ ਤਾਂ ਉਹ ਕਹਿੰਦੀ ਉਹ ਜੇ ਮੈਂ ਛੋੜ ਦਿੱਤਾ ਤੇ ਮੈਨੂੰ ਕਮਿਊਨਿਟੀ ਵਾਲਿਆਂ ਨੇ ਕਹਿਣਾ ਉਹ ਜੀ ਇਹਨੇ ਤਾਂ ਆਪਣੇ ਹਸਬੈਂਡ ਨੂੰ ਛੋੜ ਦਿੱਤਾ। ਜਦੋਂ ਮਰਦ ਔਰਤ ਨੂੰ ਛੋੜਦਾ ਉਸ ਵੇਲੇ ਕਮਿਊਨਿਟੀ ਕਿਉਂ ਨਹੀਂ ਕਹਿੰਦੀ? ਉਦੋਂ ਕਿਉਂ ਕਮਿਊਨਿਟੀ ਇਕੱਠੀਆਂ ਹੁੰਦੀਆਂ? ਫੇਰ ਔਰਤ ਕਿਵੇਂ ਆਪਣੇ ਆਪ ਨੂੰ ਉਹ ਖੜਾ ਕਰ ਸਕਦੀ ਆ? ਕਿਉਂਕਿ ਕਈ ਵਾਰੀ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਜੀ। ਉਸ ਵੇਲੇ ਵੀ ਇਹ ਕਿਹਾ ਜਾਂਦਾ ਲੈ ਇਦਾਂ ਦੀ ਹੋਣੀ ਹੈ ਤਦੇ ਛੱਡ ਦਿੱਤੀ। ਹਾਂ ਕਈ ਚੀਜ਼ਾਂ ਮਤਲਬ ਕਹੀਆਂ ਜਾਂਦੀਆਂ, ਪਰ ਲੇਕਿਨ ਆਪਾਂ ਇੱਥੇ ਡੂੰਘੇ ਤੱਕ ਨਹੀਂ ਜਾਂਦੇ। ਆਪਾਂ ਸਿਰਫ ਇਹ ਕਹਿ ਰਹੇ ਕਿ ਜਿਹੜਾ ਡਰ ਜਿਹੜਾ ਹੈ ਨਾ ਇਹ ਪਾਇਆ ਗਿਆ ਪਹਿਲਾਂ ਜੀ, ਨਹੀਂ ਹੁਣ ਇੱਥੇ ਹੀ ਰਹਿਣਾ ਪੈਣਾ। ਜਿਵੇਂ ਹੁਣ ਕਹਿੰਦੇ ਨੇ ਜੀ ਚੱਲ ਐਨੀਵੇ ਆਪਾਂ ਇਕੱਲਾ ਹਸਬੈਂਡਾਂ ਤੇ ਨਹੀਂ ਲਾਉਂਦੇ, ਕਈ ਵਾਈਫਾਂ ਵੀ ਇਦਾਂ ਹੈਗੀਆਂ, ਪਰ ਮੈਂ ਸਿਰਫ ਔਰਤ ਤੇ ਗੱਲ ਕਰ ਰਹੀ ਕਰਕੇ ਆਪਾਂ ਤਦ ਉੱਤੇ ਜ਼ਿਆਦਾ ਲਿਆ ਰਹੇ ਹਾਂ। ਪਰ ਲੇਕਿਨ ਕਦੀ ਮਰਦਾਂ ਤੇ ਵੀ ਲਾਵਾਂਗੇ ਕਿਉਂਕਿ ਮਰਦ ਵੀ ਕਈ ਦੁਖੀ ਨੇ, ਕਈਆਂ ਔਰਤਾਂ ਨੇ ਮਰਦਾਂ ਨੂੰ ਵੀ ਬਹੁਤ ਦੁਖੀ ਕੀਤਾ ਹੈ। ਹਾਂਜੀ ਹੈ ਕਿ ਨਾ? ਸੋ ਹੁਣ ਜੇ ਤੁਸੀਂ ਕਹਿੰਦੇ ਆ ਕਿ ਮੇਰਾ ਜਾਣੀ ਮੰਨਣਾ ਆ ਕਿ ਅਗਰ ਤੁਸੀਂ ਕਿਸੇ ਦੇ ਉੱਤੇ ਡਿਪੈਂਡ ਰਹੋਗੇ ਕਿਸੇ ਤੇ ਵੀ, ਮੈਨੂੰ ਨਹੀਂ ਲੱਗਦਾ ਕਿ ਤੁਸੀਂ ਆਪਣੀ ਖੁਸ਼ੀ ਨੂੰ ਬਰਕਰਾਰ ਰੱਖ ਸਕੋਗੇ ਕਿਉਂਕਿ ਡਰ ਹੁੰਦਾ ਤੁਹਾਨੂੰ ਹਰ ਵੇਲੇ। ਦੂਜੇ ਕਰਨਾ ਤੁਸੀਂ ਖੁਸ਼ ਕਿੱਦਾਂ ਹੋ ਸਕਦੇ ਹੋ? ਉਹਦਾ ਟਾਈਮ ਤੁਹਾਡੇ ਮਾਈਂਡ ਵਿੱਚ ਇਹ ਹੁੰਦਾ ਵੀ ਇਦਾਂ ਨਾ ਹੋ ਜੇ ਉਦਾਂ ਨਾ ਹੋ ਜੇ। ਬਾਕੀ ਮਾਸੀ ਜੀ ਨੇ ਕਿਹਾ ਨਹੀਂ ਇਹ ਨਹੀਂ ਹੁੰਦਾ ਗੁਰਮੀਤ ਜੀ, ਇਹ ਨਹੀਂ ਹੁੰਦਾ। ਉਹਦੇ ਪਿੱਛੇ ਇਹ ਹੁੰਦਾ ਆ ਕਿ ਜੋ ਵੀ ਚੀਜ਼ ਹੋਣੀ ਆ ਉਹ ਇਹਦੇ ਥਰੂ ਹੀ ਹੋਣੀ ਆ। ਡਿਪੈਂਡ ਜਦੋਂ ਤੁਸੀਂ ਹੋ ਜਾਣੇ ਚਾਹੇ ਮਨੀ ਵਾਈਜ਼ ਹੋ ਜਾਓ, ਹਨਾ? ਜਿੱਦਾਂ ਹੁਣ ਸਰਵਾਈਵਰ ਜਿਹੜਾ ਹੈ ਨਾ ਉਹ ਤੁਹਾਡੀ, ਹੁਣ ਮੈਂ ਤੁਹਾਨੂੰ ਆਖਰੀ ਜਵਾਬ ਦੇਣ ਲੱਗੀ ਆ ਕਿ ਔਰਤ ਦੀ ਜ਼ਿੰਦਗੀ 'ਚ ਚਾਹੇ ਉਹ ਕਿਸੇ ਵੀ ਕੰਟਰੀ 'ਚ ਆ,
ਉਹਨੂੰ ਸਰਵਾਈਵਰ ਲਈ ਪਹਿਲਾਂ ਆਪਾਂ ਨੂੰ ਇਹ ਜ਼ਿੰਦਗੀ ਚਾਹੀਦੀ ਨਾ ਕਿ ਅਸੀਂ ਆਪਣੇ ਆਪ ਨੂੰ ਸਰਵਾਈਵ ਕਿਵੇਂ ਕਰਨਾ, ਆਪਣੀ ਲਾਈਫ ਨੂੰ ਨਾ, ਘਰ ਕਿਵੇਂ ਚਲਾਉਣਾ, ਕਿਵੇਂ ਜ਼ਿੰਦਗੀ ਚਲਾਉਣੀ ਆ। ਤੇ ਉਹਦੇ ਲਈ ਤੁਹਾਡੇ ਕੋਲ ਕੁਛ ਨਾ ਕੁਛ ਹੋਣਾ ਚਾਹੀਦਾ, ਚਾਹੇ ਐਜੂਕੇਸ਼ਨ ਹੋਣੀ ਚਾਹੀਦੀ ਹੈ, ਜਾਂ ਐਜੂਕੇਸ਼ਨ ਨਹੀਂ ਆ ਤਾਂ ਫਿਰ ਤੁਹਾਡੇ ਕੋਲ ਕੋਈ ਸਕਿੱਲ ਹੋਵੇ। ਅਗਰ ਕੋਈ ਪ੍ਰੋਬਲਮਸ ਆ ਰਹੀ ਆ ਤੇ ਤੁਸੀਂ ਆਪਣੀ ਉਸ ਪੜ੍ਹਾਈ ਨੂੰ ਯੂਜ਼ ਕਰ ਲੋਗੇ, ਜੇ ਪੜ੍ਹਾਈ ਨਹੀਂ ਪੂਰੀ ਤਾਂ ਤੁਸੀਂ ਸਕਿੱਲ ਨੂੰ ਯੂਜ਼ ਕਰ ਲੋਗੇ, ਆਪਣਾ ਕੰਮ ਕਰਕੇ ਆਪਣੇ ਘਰ ਨੂੰ ਚਲਾ ਸਕੋਗੇ, ਆਪਣੇ ਬੱਚੇ ਨੂੰ ਅੱਛੀ ਐਜੂਕੇਸ਼ਨ ਦਵਾ ਸਕੋਗੇ। ਜੇ ਬਾਹਲੀ ਵੱਡੀ ਐਜੂਕੇਸ਼ਨ ਨਹੀਂ ਦਵਾ ਸਕੋਗੇ, ਚਲੋ ਤੁਸੀਂ ਉਹ ਆਪਣੇ ਬੱਚੇ ਨੂੰ ਕੋਈ ਸਕਿੱਲ ਹੀ ਸਿਖਵਾ ਦੋਗੇ ਨਾ। ਸੋ ਪਰ ਜੇ ਤੁਹਾਡੇ ਕੋਲ ਦੋਨੋਂ ਹੀ ਚੀਜ਼ਾਂ ਹੈ ਨਹੀਂ, ਕਿਉਂਕਿ ਔਰਤ ਨੂੰ ਅਗਰ ਪੜ੍ਹਾਈ ਹੈਗੀ ਉਹਦੇ ਕੋਲ ਤਾਂ ਉਹਨੂੰ ਐਕਸਟਰਾ ਕੁਛ ਨਾ ਕੁਛ ਕਰਨਾ ਪਊਗਾ, ਐਕਸਟਰਾ ਪੜ੍ਹਾਈ ਕਰਨੀ ਪਊਗੀ। ਅਗਰ ਪੜ੍ਹਾਈ ਨਹੀਂ ਆ, ਅਗਰ ਉਹਦੇ ਕੋਲ ਕੋਈ ਸਕਿੱਲ ਆ, ਸਕਿੱਲ ਵੀ ਅਗਰ ਜੇ ਉਹਦੀ ਉਸ ਵੇਲੇ ਕੋਈ ਐਸੀ ਪ੍ਰੋਬਲਮ ਆ ਗਈ ਉਸ ਸਕਿੱਲ ਦੇ ਵਿੱਚ, ਤਾਂ ਉਹਨੂੰ ਕੋਈ ਹੋਰ ਵੀ ਸਕਿੱਲ ਸਿੱਖ ਲੈਣੀ ਚਾਹੀਦੀ ਆ, ਜਿਹਦੇ ਨਾਲ ਉਹ ਡਿਪੈਂਡ ਨਾ ਰਹੇ ਕਿਸੇ ਤੇ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਜੇ ਤੁਸੀਂ ਸਾਰਾ ਕੁਝ ਤੁਹਾਡੇ ਕੋਲ ਸਕਿੱਲਸ ਵੀ ਹੈਗੀ, ਪੜ੍ਹਾਈ ਵੀ ਹੈਗੀ, ਤਾਂ ਮਰਦ ਨੂੰ ਤੁਸੀਂ ਖਰਾਬ ਕਰੋ, ਨਹੀਂ। ਪਰ ਇਹ ਉਹਨਾਂ ਲਈ ਆ ਕਿ ਜਦੋਂ ਮੁਸ਼ਕਲਾਤ ਆਉਂਦੀ ਆ, ਕਈ ਸ਼ਰਾਬੀ ਕਬਾਬੀ ਆ, ਉਹ ਔਰਤ ਨੂੰ ਜਦ ਤੁਸੀਂ ਇਦਾਂ ਦੀਆਂ ਚੀਜ਼ਾਂ ਦੇ ਉੱਤੇ ਪੈਸੇ ਖਰਚ ਦੇਣੇ ਆ, ਤਾਂ ਤੁਸੀਂ ਕਿਵੇਂ ਆਪਣੇ ਘਰ ਨੂੰ ਸਰਵਾਈਵ ਕਰੋਗੇ ਪੂਰੀ ਤਰੀਕੇ ਨਾਲ ਨਾ। ਆਪਣੇ ਬੱਚਿਆਂ ਨੂੰ ਪੂਰੀ ਅੱਛੀ ਜ਼ਿੰਦਗੀ ਦੇ ਸਕਦੇ, ਔਰਤ ਨੂੰ ਨਹੀਂ ਅੱਛਾ ਜੀਵਨ ਦੇ ਸਕਦੇ, ਤਾਂ ਔਰਤ ਨਾਲੇ ਬੈਠੇ ਹੀ ਕਿਉਂ ਮਰਦ ਦੇ ਸਿਰ ਦੇ ਉੱਤੇ। ਸਹੀ ਗੱਲ ਹੈ। ਔਰਤ ਨੂੰ ਚਾਹੇ ਤੁਸੀਂ ਘਰੋਂ ਕੰਮ ਕਰੋ, ਚਾਹੇ ਤੁਸੀਂ ਬਾਹਰ ਕੰਮ ਕਰੋ, ਕੁਝ ਵੀ ਤੁਸੀਂ ਕਰ ਸਕਦੇ ਆ। ਆਪਣੇ ਘਰੋਂ ਕੋਈ ਚੀਜ਼ ਐਸੀ ਛੋਟਾ ਬਿਜ਼ਨਸ ਕਰ ਸਕਦੇ ਆ, ਬਾਹਰ ਜੌਬ ਕਰ ਸਕਦੇ ਆ, ਕੋਈ ਪੜ੍ਹਾਈ ਜ਼ਿਆਦਾ ਕਰ ਲਓ, ਬੱਚਿਆਂ ਨੂੰ ਟਿਊਸ਼ਨ ਦੇ ਸਕਦੇ ਆ, ਕੁਛ ਨਾ ਕੁਛ ਤਾਂ ਕਰਨਾ ਚਾਹੀਦਾ ਨਾ, ਜੇ ਸੋਚੇ ਬੰਦਾ। ਪਰ ਜੇ ਸੋਚ ਹੀ ਤੁਸੀਂ ਉੱਥੇ ਕਿ ਰੱਖਣੀ ਆ, ਫੇਰ ਤੇ ਮੇਰਾ ਖਿਆਲ ਮੁਸ਼ਕਿਲ ਹੈ। ਦੂਸਰਾ, ਜਦੋਂ ਤੁਸੀਂ ਬਾਹਲਾ ਇਹ ਵੀ ਚੀਜ਼ ਮੋਹਰੇ ਆਉਂਦੀ ਹੈ ਕਿ ਤੁਸੀਂ ਕਿਹੋ ਜਿਹੇ ਲੋਕਾਂ ਦੇ ਨਾਲ ਬੈਠਦੇ ਆ। ਹਾਂਜੀ, ਇਹ ਤਾਂ ਬਹੁਤ ਇੰਪੋਰਟੈਂਟ ਹੈ ਹਨਾ। ਜੇ ਤੁਸੀਂ ਉਹੋ ਜਿਹੇ ਲੋਕਾਂ ਦੇ ਨਾਲ ਉਹੋ ਭੈਣਾਂ ਦੇ ਨਾਲ ਬੈਠਦੀਆਂ ਨੇ ਜਿਹੜੀਆਂ ਆਪ ਵੀ ਸਫਰ ਕਰ ਰਹੀਆਂ ਨੇ, ਤਾਂ ਉਹ ਕੀ ਵਿਚਾਰੀਆਂ ਇੱਕ ਦੂਸਰੇ ਨੂੰ ਦੱਸ ਸਕਣਗੀਆਂ ਅੱਗੇ ਵਧਣ ਲਈ। ਪਰ ਤਾਂ ਕੋਈ ਸਲਾਹ ਨਹੀਂ ਦੇ ਸਕਦੀਆਂ ਉਹ। ਹਾਂ, ਕਿਉਂਕਿ ਸਲਾਹ ਤੇ ਉਹੀ ਦਊਗਾ ਕਿ ਜਿਹੜਾ ਇਨਸਾਨ ਅੱਛੇ ਤਰੀਕੇ ਨਾਲ ਉਹ ਜੀ ਰਿਹਾ ਆ, ਉਹਨੂੰ ਪਤਾ ਆ ਕਿ ਉਹ ਦੱਸ ਸਕਦਾ ਵੀ ਹਾਂ ਅਗਰ ਇਸ ਤਰੀਕੇ ਨਾਲ ਆ ਤੂੰ ਕੁਛ ਸਿੱਖ ਲੈ, ਪਾਰਟ ਟਾਈਮ ਸਿੱਖ ਲੈ, ਕੋਈ ਪੜ੍ਹਾਈ ਕਰ ਲੈ, ਕੋਈ ਜਿਹੜਾ ਪੜ੍ਹਾਈ ਤੇ ਜੇ ਪੈਸੇ ਲੱਗਦੇ ਚਲੋ ਤੇ ਤੁਸੀਂ ਆਪਣਾ ਕੋਈ ਸਕਿੱਲ ਲੈ ਲਓ, ਥੋੜੇ ਪੈਸਿਆਂ ਨਾਲ ਕੋਈ ਸਕਿੱਲ ਛੋਟੀ ਸਿੱਖ ਲਓ, ਉਹਨੂੰ ਸਟਾਰਟ ਕਰਕੇ ਨਾਲੋਂ ਨਾਲ ਜਦੋਂ ਤੁਸੀਂ ਕਮਾਉਣ ਲੱਗ ਜਾਂਦੇ ਫਿਰ ਕੁਝ ਹੋਰ ਸਿੱਖ ਲਓ ਉਹਨਾਂ ਪੈਸਿਆਂ 'ਚੋਂ ਹੀ। ਕਿਉਂਕਿ ਡਿਪੈਂਡ ਹੋਣਾ, ਜਿਹੜਾ ਬੰਦਾ ਡਿਪੈਂਡ ਰਹੇਗਾ, ਹੁਣ ਬੱਚਿਆਂ ਤੇ ਡਿਪੈਂਡ ਨੇ ਕਈ ਮਾਵਾਂ ਬੱਚਿਆਂ ਤੇ ਡਿਪੈਂਡ ਨੇ, ਉਹ ਡਿਪੈਂਡ ਹੋਣ ਦੇ ਕਾਰਨ ਹੀ ਉਹ ਸਫਰ ਕਰ ਰਹੀਆਂ ਨੇ। ਕਿਉਂ ਕਰ ਰਹੀਆਂ ਨੇ ਸਫਰ? ਹਾਂਜੀ, ਸਹੀ ਗੱਲ ਹੈ ਹਨਾ। ਬਾਹਰ ਵੀ ਸਫਰ ਕਰ ਰਹੀਆਂ ਨੇ ਕਿਉਂਕਿ ਬੱਚੇ ਤੇ ਡਿਪੈਂਡ ਆ ਜੀ। ਉਹ ਆਹ ਕੰਮ ਬੱਚੇ ਨੂੰ ਤੁਸੀਂ ਕਹੋਗੇ ਜੀ ਮੈਨੂੰ ਇਹ ਚੀਜ਼ ਕਰ ਦਿਓ, ਤੇ ਉਹ ਉਹਦੀ ਮਰਜ਼ੀ ਹੋਏਗੀ ਤੇ ਉਸ ਵੇਲੇ ਕਰਕੇ ਦੇਗਾ ਆਪਣੇ ਟਾਈਮ ਦੇ ਨਾਲ, ਜਾਂ ਉਹ ਲੜਕੀ ਹੋਵੇ ਜਾਂ ਲੜਕਾ ਹੋਵੇ ਨਾ। ਸਹੀ ਗੱਲ। ਲੜਕੀਆਂ ਵੀ ਏਦਾਂ ਕਰਦੀਆਂ, ਬੱਚੇ ਜਾਣੀ ਕਿ ਚਾਹੇ ਲੜਕੀਆਂ ਹੋਣ ਚਾਹੇ ਲੜਕੇ ਹੋਣ, ਤੇ ਫਿਰ ਤੁਸੀਂ ਉਹਨਾਂ ਤੇ ਡਿਪੈਂਡ ਹੋ। ਅਗਰ ਤੁਸੀਂ ਉਸ ਕੰਮ ਨੂੰ ਸਿੱਖ ਲਿਆ ਹੋਇਆ, ਤੁਹਾਡੇ ਕੋਲ ਤੁਸੀਂ ਸੋਚਦੇ ਆ ਕਿ ਮੈਂ ਡਿਪੈਂਡ ਨਹੀਂ ਰਹਿਣਾ, ਮੈਂ ਚੀਜ਼ ਨੂੰ ਕੋਸ਼ਿਸ਼ ਕਰਾਂ, ਮੈਂ ਹਰ ਚੀਜ਼ ਨੂੰ ਸਿੱਖਣ ਦੀ ਜਿਸ ਦੀ ਤੁਸੀਂ ਜ਼ਰੂਰਤ ਹੈ ਤੁਹਾਨੂੰ, ਤੇ ਉਹ ਫਿਰ ਤੁਹਾਨੂੰ ਪੁੱਛਣਾ ਤਾਂ ਨਹੀਂ ਨਾ ਪਵੇਗਾ। ਤੁਸੀਂ ਆਪਣਾ ਕੰਮ ਖੁਦ ਕਰ ਸਕੋਗੇ। ਸਹਿਮਤ ਹੋ ਇਸ ਗੱਲ ਦੇ ਨਾਲ? ਹਾਂਜੀ, ਪੂਰੇ ਸਹਿਮਤ ਹਾਂ। ਹਾਂਜੀ, ਇਸ ਕੰਟਰੀ ਤੋਂ ਸ਼ਰਾ ਨਹੀਂ ਕੋਈ ਪ੍ਰੋਬਲਮ ਹੈ ਹੀ ਨਹੀਂ। ਇੱਥੇ ਦੇਖੋ ਐਡਲਟ ਐਜੂਕੇਸ਼ਨ ਦੱਸਦੇ ਹੈਗੇ ਨੇ, ESL ਕਿਹੜਾ ਇਹ ਸੋਚ ਸਿਖਾਉਂਦੇ ਨੇ। ਇੱਥੇ ਦੇ ਮੁਲਕ 'ਚ ਕੋਈ ਪ੍ਰੋਬਲਮ ਹੈ? ਮੈਂ ਇੱਥੇ ਦੀ ਵੀ ਮੈਸੇਜ ਦੱਸ ਦਿੰਦੀ ਹਾਂ। ਇੱਥੇ ਮੁਫਤ ਸਿਖਾਉਂਦੇ ਨੇ, ਫਿਰ ਵੀ ਜੇ ਸਾਡੀਆਂ ਭੈਣਾਂ ਨਾ ਸਿੱਖ ਸਕਣ ਉਹਨਾਂ ਦੇ। ਹਾਂ, ਫਿਰ ਮੈਂ ਉਹੀ ਤੁਹਾਨੂੰ ਦੱਸਣ ਲੱਗੀ ਹੁਣ। ਜੇ ਮੈਂ ਤੁਹਾਨੂੰ ਪਹਿਲੇ ਮੈਂ ਕਿਹਾ ਸੀ ਕਿ ਡਰ, ਤੁਸੀਂ ਤੁਹਾਡੀ ਕੁਐਸਚਨ ਦਾ ਜਵਾਬ ਦੇਣੀ, ਤੁਸੀਂ ਕਿਹਾ ਸੀਗਾ ਕਿ ਔਰਤ ਨੂੰ ਹੌਸਲਾ ਰੱਖਣਾ ਚਾਹੀਦਾ ਹੈ ਨਾ, ਜੀਣਾ ਚਾਹੀਦਾ ਜਿੱਦਾਂ ਵੀ ਹੈਗਾ, ਹਨਾ। ਬਿਲਕੁਲ ਠੀਕ ਹੈ। ਲੇਕਿਨ ਉਹ ਹੌਸਲੇ ਦੀ ਜਿਹੜੀ ਗੱਲ ਆ ਨਾ, ਕਿ ਹੌਸਲਾ ਹੀ ਰੱਖਦੀਆਂ ਨੇ ਆਪਣੇ ਜੀਵਨ ਨੂੰ ਖਰਾਬ ਕੀਤਾ ਹੋਇਆ ਬਾਹਰ ਬੈਠੀਆਂ ਨੇ ਵੀ, ਕਿਉਂਕਿ ਇੱਥੇ ਤਾਂ ਹਰ ਇੱਕ ਚੀਜ਼ ਮਿਲਦੀ ਆ, ਔਰਤ ਨੂੰ ਸਹਾਇਤਾ ਮਿਲਦੀ ਆ। ਅਗਰ ਉਹਦੇ ਕੋਲ ਕੰਮ ਨਹੀਂਗਾ ਉਸ ਵੇਲੇ ਉਹਨੂੰ ਗਵਰਨਮੈਂਟ ਹੈਲਪ ਕਰਦੀ ਆ। ਉਹਨਾਂ ਨੂੰ ਹੁਸ਼ਿਆਰਾਂ ਸਮਾਜ ਵਿੱਚ ਰਹਿਣਾ ਨਹੀਂ ਆਉਂਦਾ। ਨਹੀਂ, ਸਮਾਜ ਦੇ ਵਿੱਚ ਫਿਰ ਗੱਲ ਤੇ ਸਾਰੀ ਫਿਰ ਉੱਥੇ ਆ ਜਾਂਦੀ ਨਾ, ਮੋੜ ਕੇ ਸਿੱਖਣਾ ਚਾਹੇ ਅਸੀਂ ਕਿਸੇ ਵੀ ਕੰਟਰੀ 'ਚ ਹੋਈਏ, ਸਮਾਜ ਜੀਣ ਲਈ
ਹਾਂਜੀ ਪਹਿਲਾਂ ਤਾਂ ਸਮਾਜ ਦਾ ਡਰ ਲਾਉਣਾ ਪਏਗਾ ਕਿ ਸਮਾਜ ਹੀ ਨਹੀਂ ਪਹਿਲਾਂ ਤਾਂ ਜੀਣ ਦਿੰਦਾ। ਤੁਸੀਂ ਕਹਿੰਦੇ ਕਿ ਬਿਨਾਂ ਸਮਾਜ 'ਚ ਜੀਣਾ ਨਹੀਂ ਆਉਂਦਾ, ਸਮਾਜ ਹੀ ਤਾਂ ਜੀਣ ਨਹੀਂ ਦਿੰਦਾ ਉਹਨਾਂ ਨੂੰ। ਉਹਨੂੰ ਜੀਣ ਨਹੀਂ ਦਿੱਤਾ, ਸਮਾਜ ਨਹੀਂ ਜੀਣ ਸਮਾਜ ਹੀ ਤਾਂ ਦਿੰਦਾ। ਗੱਲਾਂ ਕਰਦਾ। ਜੇ ਮਰਦ ਨੂੰ ਕੁੱਟਦਾ ਮਾਰਦਾ ਤਾਂ ਸਮਾਜ ਕਹਿੰਦਾ ਉਸ ਨੂੰ ਕੋਈ ਵੀ ਇਹ ਜਿਹੜੀ ਚੀਜ਼ ਮਾੜੀ ਹੋ ਰਹੀ ਤੂੰ ਭੈਣਾ ਆ ਸਿੱਖ ਲੈ, ਤੂੰ ਇਹ ਕਰ, ਨਹੀਂ ਕਹਿੰਦੇ ਨਾ। ਨਹੀਂ ਕਹਿੰਦੇ। ਉਹਦੇ ਦਿਮਾਗ ਦੇ ਵਿੱਚ ਡਰ ਬਿਠਾ ਹੋਇਆ ਕਿ ਮੈਂ ਇਹਦੇ ਤੋਂ ਬਗੈਰ ਤੇ ਘਰ ਚਲਾ ਨਹੀਂ ਸਕਦੀ, ਮੇਰਾ ਕੰਮ ਚੱਲਣਾ ਨਹੀਂਗਾ ਇਹ ਤੋਂ ਬਗੈਰ। ਹਾਲਾਂਕਿ ਹਰ ਇੱਕ ਔਰਤ ਆਪਣੀ ਇੰਡੀਆ ਦੇ ਵਿੱਚ ਤਾਂ ਦੇਖੋ ਉੱਥੇ ਤਾਂ ਹੈ ਹੀ ਨਹੀਂ ਹੈ ਨਾ ਔਰਤ ਲਈ, ਸਹੀ ਗੱਲ ਹੈ। ਵੀ ਉਹਦੇ ਲਈ ਤਾਂ ਮੁਸ਼ਕਲ ਹੀ ਮੁਸ਼ਕਲ ਆ। ਇੱਥੇ ਵੀ ਸਾਡੀਆਂ ਭੈਣਾਂ ਹਜੇ ਤੱਕ ਇਹ ਸਫਰ ਕਰ ਰਹੀਆਂ। ਜੇ ਆਦਮੀ ਆ ਤੇ ਆਦਮੀ ਜੇ ਉਹਨੂੰ ਟੌਰਚਰ ਕਰ ਰਿਹਾ ਤਦ ਵੀ ਉਹ ਸਹਿ ਰਹੀਆਂ, ਜਿਹੜਾ ਕਿ ਇੱਥੇ ਤੁਸੀਂ ਦੱਸ ਦੋ ਤੇ ਗਵਰਨਮੈਂਟ ਪੂਰੀ ਹੈਲਪ ਦਿੰਦੀ ਆ ਔਰਤ ਨੂੰ। ਸਹੀ ਗੱਲ ਹੈ। ਸਹੀ ਗੱਲ ਮਰਦ ਨੂੰ ਔਰਤ ਵੀ ਤੰਗ ਕਰੇ ਤੇ ਮਰਦ ਨੂੰ ਵੀ ਮਿਲਦੀ ਹੈ ਹੈਲਪ, ਪਰ ਲੇਕਿਨ ਜੇ ਤੁਸੀਂ ਦੱਸੋਗੇ ਤਾਂ ਹੈ ਨਾ। ਸੋ ਅਗਰ ਤੁਸੀਂ ਦੱਸਣਾ ਹੀ ਨਹੀਂਗਾ, ਅੰਦਰ ਸਹੀ ਜਾਂਦੇ ਹੋ, ਫਿਰ ਤਾਂ ਇੱਦਾਂ ਹੀ ਚੱਲਣਾ ਨਾ। ਫਿਰ ਤੁਸੀਂ ਕਿਵੇਂ ਕਰ ਲੋਗੇ? ਫਿਰ ਉਸ ਤੋਂ ਬਾਅਦ ਅਗਰ ਜੇ ਤੁਸੀਂ ਸੈਪਰੇਟ ਹੋ ਗਏ ਹੋ, ਜਾਂ ਤੁਸੀਂ ਮਰਦ ਨੇ ਛੋੜ ਦਿੱਤਾ, ਜਾਂ ਵਿਧਵਾ ਹੋ ਗਏ ਹੋ, ਕਿਸੇ ਵੀ ਤਰੀਕੇ ਨਾਲ ਸਿੰਗਲ ਹੋ ਗਏ ਹੋ, ਤਾਂ ਫਿਰ ਤੁਹਾਡੇ ਬੱਚੇ ਤੁਹਾਨੂੰ ਤੰਗ ਕਰਦੇ ਨੇ, ਫਿਰ ਤੁਸੀਂ ਉਹਨਾਂ ਤੇ ਡਿਪੈਂਡ ਹੋ ਜਾਂਦੇ ਹੋ। ਗੱਲ ਮੋੜ ਕੇ ਉੱਥੇ ਹੀ ਆਉਂਦੀ ਆ ਕਿ ਜਿੰਨੀ ਦੇਰ ਤੁਸੀਂ ਡਿਪੈਂਡ ਰਹੋਗੇ ਕਿਸੇ ਤੇ, ਤੁਸੀਂ ਆਪਣੀ ਖੁਸ਼ੀ ਨਹੀਂ ਲੈ ਸਕਦੇ। ਇਹ ਤਾਂ ਕੁਛ ਨਹੀਂ ਰਹਿ ਖੁਸ਼ੀ ਸਕਦਾ। ਤੁਹਾਨੂੰ ਪੈਸਾ ਨਹੀਂ ਦੇਗਾ। ਨਾ ਪੈਸਾ ਤੁਹਾਨੂੰ ਕੋਈ ਜੇ ਤੁਸੀਂ ਕਹੋਗੇ ਸਾਡੇ ਕੋਲ ਵੱਡੇ ਮਕਾਨ ਹੋਣ, ਪੈਸਾ ਬਹੁਤ ਹੋਵੇ, ਬੈਂਕ ਬੈਲੈਂਸ, ਤਾਂ ਪਤਾ ਨਹੀਂ ਅਸੀਂ ਖੁਸ਼ ਹਾਂ। ਨੋ, ਖੁਸ਼ੀ ਬਹੁਤ ਪੈਸੇ ਵਾਲੇ ਮੈਂ ਦੇਖਿਆ ਜਿਹੜੇ ਕਿ ਉੱਤੋਂ ਹੀ ਦਿਖਦੇ ਨੇ ਚਮਕਦੇ ਕੱਪੜੇ, ਲੇਕਿਨ ਅੰਦਰੋਂ ਖੁਸ਼ ਨਹੀਂ ਆ। ਸਹੀ ਗੱਲ ਹੈ। ਹੈਨਾ, ਖੁਸ਼ੀ ਜਿਹੜੀ ਅੰਦਰਲੀ ਖੁਸ਼ੀ ਆ ਦਿਲ ਦੀ, ਉਹ ਬਰਕਰਾਰ ਅਸੀਂ ਕਿਵੇਂ ਰੱਖਣੀ, ਔਰਤ ਕਿਵੇਂ ਬਰਕਰਾਰ ਰੱਖੇ? ਕਿਉਂਕਿ ਅੱਜ ਕੱਲ ਦੇਖੋ ਕਿੰਨਾ ਡਿਪਰੈਸ਼ਨ ਦੇ ਵਿੱਚ ਲੋਕ ਨੇ। ਹੁਣ ਤਾਂ ਚਲੋ ਆਪਣੇ ਬਿਮਾਰੀ ਦਾ ਕਰਕੇ, ਕਰੋਨਾ ਦਾ ਕਰਕੇ ਵੀ ਡਿਪਰੈਸ਼ਨ ਵਧਿਆ ਆ, ਪਰ ਲੇਕਿਨ ਇਹ ਤੋਂ ਪਹਿਲਾਂ ਵੀ ਡਿਪਰੈਸ਼ਨ ਬਹੁਤ ਸੀਗਾ, ਕੋਈ ਸ਼ੱਕ ਨਹੀਂ। ਹੈਨਾ। ਉਹ ਕਿਉਂ ਡਿਪਰੈਸ਼ਨ ਆ? ਇਸੇ ਹੀ ਕਾਰਨ ਆ ਨਾ, ਕੋਈ ਨਾ ਕੋਈ ਉਹਨਾਂ ਦੇ ਪਿੱਛੇ ਰੀਜ਼ਨ ਹੁੰਦਾ ਆ। ਬਿਲਕੁਲ ਠੀਕ ਹੈ। ਹੈਨਾ, ਉਹ ਕਿਉਂ ਸਾਡੀਆਂ ਜਦੋਂ ਅਸੀਂ ਬੱਚੇ ਸਾਡੇ ਵੱਡੇ ਹੋ ਜਾਂਦੇ, ਕਿਉਂ ਅਸੀਂ ਡਿਪੈਂਡ ਹੋ ਕੇ ਬੈਠੇ ਆ? ਹਾਲਾਂਕਿ ਉਹਨਾਂ ਨੂੰ ਪੈਨਸ਼ਨ ਮਿਲਦੀ ਏ, ਠੀਕ ਹੈ। ਬੱਚੇ ਤਾਂ ਉਹਨਾਂ ਨੂੰ ਖਾਣ ਨੂੰ ਨਹੀਂ ਦੇ ਰਹੇ। ਠੀਕ ਹੈ। ਔਰ ਦੂਸਰੀ ਗੱਲ ਆ, ਔਰਤ ਜਿੱਦਣ ਤੋਂ ਬਾਹਰ ਆ ਜਾਂਦੀ ਆ ਉਹ ਆਪਣਾ ਕਮਾ ਕੇ ਖਾਂਦੀ ਆ। ਅਗਰ ਈਵਨ ਇੰਡੀਆ 'ਚ ਵੀ ਹੋਵੇ, ਠੀਕ ਹੈ। ਇੰਡੀਆ 'ਚ ਜੇ ਅਸੀਂ ਕਹੀਏ ਕਿ ਗਰੀਬ ਔਰਤ ਆ, ਉਹ ਵੀ ਵਿਚਾਰੀ ਕਿਸੇ ਦੇ ਘਰ 'ਚ ਕੰਮ ਕਰਨ ਜਾਂਦੀ ਆ, ਹਾਂ ਠੀਕ ਹੈ। ਜਾਂ ਦਿਹਾੜੀ ਕਰਨ ਜਾਂਦੀ ਆ, ਤਾਂ ਕਿਆ ਉਹ ਮਰਦ ਦੀ ਰੋਟੀ ਖਾ ਰਹੀ ਏ? ਤੇ ਉੱਪਰ ਦੀ ਉਹ ਆਪਣੀ ਕਮਾਈ ਕਰਕੇ ਆਵੇ, ਮਰਦ ਦੀ ਵੀ ਸੇਵਾ ਕਰੇ, ਤਾਂ ਫਿਰ ਉਹ ਮਰਦ ਉਸ ਨੂੰ ਗਾਲੀਆਂ ਦੇਵੇ ਔਰ ਆਪਣਾ ਨਸ਼ੇ ਪੱਤੇ ਕਰੇ। ਕਿਆ ਤੁਸੀਂ ਸੋਚਦੇ ਹੋ ਕਿ ਔਰਤ ਆਪਣਾ ਇਸੇ ਤਰੀਕੇ ਦੇ ਨਾਲ ਆਪਣਾ ਉਹ ਸਬਰ ਕਰਕੇ ਬੈਠੀ ਰਵੇ? ਕਿਵੇਂ ਸਾਡੀ ਔਰਤ ਉੱਠੇਗੀ? ਕਿੰਨਾ ਕੁ ਚਿਰ ਜੀਵਨ ਆਪਣਾ ਲਗਾ ਸਕਦੀ ਤਾਂ? ਤੁਸੀਂ ਬੱਚਿਆਂ ਨੂੰ ਬੈਟਰ ਜ਼ਿੰਦਗੀ ਨਹੀਂ ਦੇ ਸਕਦੇ ਫਿਰ ਇਸ ਤਰੀਕੇ ਦੇ ਨਾਲ। ਕੋਈ ਵੀ ਤੁਸੀਂ ਦੇ ਲਓ। ਹਾਂ, ਕਈ ਪਰਿਵਾਰ ਹੈਗੇ ਆ, ਕਈ ਬਹੁਤ ਡਿਪੈਂਡ ਰਹਿਣ ਨਾਲ। ਮੈਂ ਜਾਣੀ ਕਿ ਜ਼ਿਆਦਾ ਇਹ ਨਸ਼ੇ ਦੇ ਉੱਤੇ ਲਿਆਉਣਾ ਨਹੀਂ ਚਾਹੁੰਦੀ ਇਸ ਗੱਲ ਨੂੰ। ਮੈਂ ਸਿਰਫ ਲਿਆਉਣਾ ਚਾਹੁੰਦੀ ਹਾਂ ਕਿ ਵੀ ਜਿਹੜੀ ਡਿਪੈਂਡ ਰਹਿੰਦਾ ਬੰਦਾ ਕਿਸੇ ਤੇ ਨਾ, ਚਾਹੇ ਔਰਤ ਹੀ ਔਰਤ ਦੇ ਡਿਪੈਂਡ ਹੋਵੇ, ਜ਼ਰੂਰੀ ਤਾਂ ਨਹੀਂ ਕਿ ਪੁੱਤਰ ਹੋਵੇ ਜਾਂ ਹਸਬੈਂਡ ਹੋਵੇ। ਅਗਰ ਕਿਸੇ ਵੀ ਤੁਸੀਂ ਡਿਪੈਂਡ ਹੋ, ਆਪਣੀ ਮਾਂ ਤੇ ਡਿਪੈਂਡ ਹੋਵੋ ਸਾਰੀ ਉਮਰ ਲਈ, ਜਾਂ ਤੁਸੀਂ ਕਿਸੇ ਹੋਰ ਦੇ ਡਿਪੈਂਡ ਹੋਵੋ, ਉਹ ਸਾਨੂੰ ਤੰਗ ਦਿੰਦਾ। ਕਿਉਂਕਿ ਆਪਾਂ ਨੂੰ ਕੋਈ ਨਾ ਕੋਈ ਰਸਤਾ ਖੋਜਣਾ ਚਾਹੀਦਾ ਕਿ ਅਸੀਂ ਆਪਣਾ ਕੁਝ ਕਰ ਸਕੀਏ। ਚਾਹੇ ਕੋਈ ਡਿਸੇਬਲ ਵੀ ਆ ਔਰਤ, ਤਾਂ ਡਿਸੇਬਲ ਵੀ ਕੁਝ ਨਾ ਕੁਝ ਕਰ ਸਕਦੀ ਅਗਰ ਜੇ ਉਹ ਆਪਣੀ ਸੋਚ ਨੂੰ ਵਧਾਏਗੀ ਤਾਂ। ਤਾਂ ਇੱਥੇ ਨੁਕਸ ਕੀ ਆ ਫਿਰ? ਕਾਹਤੇ ਇਹ ਸਾਡੀ ਔਰਤ ਅਜੇ ਤੱਕ ਇਹ ਸਫ਼ਰ ਕਰ ਰਹੀ ਆ? ਉਹਦੇ ਪਿੱਛੇ ਇਹ ਪ੍ਰੋਬਲਮ ਆ ਕਿਉਂਕਿ ਉਹ ਆਪਣੀ ਸੋਚ ਨੂੰ ਵਧਾ ਨਹੀਂ ਸਕੀ। ਸੋਚ ਨੂੰ ਵਧਾਉਂਦੀ ਨਾ ਅੱਗੇ, ਹਨਾ? ਉਹ ਸਮਾਜ ਸੋਚੀ ਜਾਂਦੀ, ਸਮਾਜ ਕੀ ਕਹੂਗਾ, ਸਮਾਜ ਕੀ ਕਹੂਗਾ। ਸਮਾਜ ਦੇ ਹਾਂ, ਫਿਰ ਪਰ ਸਮਾਜ ਜਦੋਂ ਤੁਹਾਨੂੰ ਜਦੋਂ ਤੁਸੀਂ ਦੁਖੀ ਹੁੰਦੇ ਉਦੋਂ ਸਮਾਜ ਤੁਹਾਨੂੰ ਕੀ ਆ ਕੇ ਸੁਖੀ ਦਿੰਦਾ, ਸੁੱਖ ਦਿੰਦਾ? ਨਹੀਂ ਦਿੰਦਾ। ਜੇ ਤੁਹਾਡੇ ਕੋਲ ਪੈਸੇ ਹੈ ਨਹੀਂ, ਸਮਾਜ ਤੁਹਾਨੂੰ ਪੈਸੇ ਦੇ ਜਾਂਦਾ ਆ ਕੇ। ਹੁਣ ਇਹਦਾ ਭੈਣ ਜੀ ਕਹਿੰਦੇ ਆ, ਉਸ਼ਾ ਜੀ ਮਾਸੀ ਜੀ ਕਹਿੰਦੇ ਆ ਵੀ ਦੂਜਾ ਆਪਾਂ ਨੂੰ ਸਮਾਜ ਵਿੱਚ ਸਾਨੂੰ ਜੀਣਾ ਨਹੀਂ ਆਉਂਦਾ। ਸਮਾਜ ਵਿੱਚ ਸਾਨੂੰ ਜੀਣਾ ਆਉਂਦਾ, ਪਰ ਸਮਾਜ ਸਾਨੂੰ ਜੀਣ ਨਹੀਂ ਦਿੰਦਾ। ਸਦਰ ਨਹੀਂ, ਇਹ ਤੁਸੀਂ ਗਲਤ ਇੱਥੇ ਕਿਉਂ? ਮੇਰਾ ਭਾਵ ਇਹ ਕਹਿੰਦਾ ਕਿ ਜੇ ਔਰਤ ਆਨਲਾਈਨ ਆਪਣੀ ਸ਼ਾਪਿੰਗ ਕਰ ਸਕਦੀ ਹੋਵੇ
ਤੇ ਤੁਹਾਨੂੰ ਸਮਾਜ 'ਚ ਜਾਣ ਦੀ ਜ਼ਰੂਰਤ ਹੈ ਨਹੀਂ, ਤੁਹਾਨੂੰ ਆਪ ਸਿੱਖਣਾ ਚਾਹੀਦਾ ਸਾਰਾ ਕੁਝ। ਮੈਨੂੰ ਇਹ ਚਾਹੀਦੀ, ਮੈਂ ਆਨਲਾਈਨ ਅੱਜ ਮੰਗਵਾ ਲਾਂ, ਇਹ ਮੰਗਵਾ ਲਾਂ, ਉਹ ਮੰਗਵਾ ਲਾਂ। ਹਾਂ, ਨਹੀਂ, ਉਹਨੂੰ ਇਹ ਨਹੀਂ ਪਤਾ, ਉਹਨੂੰ ਇਹ ਨਹੀਂ ਪਤਾ ਕਿ ਦੁਨੀਆ 'ਚ ਕਿਹੜੀ ਕਿਹੜੀ ਚੀਜ਼ ਕਿਤਨਾ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ। ਮੇਰਾ ਨਹੀਂ ਮਤਲਬ ਇਹ ਕਹਿੰਦਾ ਹੈਗਾ। ਮਾਸੀ ਜੀ, ਆਪਾਂ ਕੰਮ ਦੇ ਬਾਰੇ ਪਹਿਲਾਂ ਲਿਆ ਰਹੇ ਹਾਂ। ਜਿਹੜੀ ਸ਼ੋਪਿੰਗ ਕਰਨੀ ਆ, ਇਹ ਵੀ ਸਾਰਾ ਕੁਝ ਵਿੱਚੇ ਉਦਾਂ ਹੁੰਦਾ ਆ। ਨਹੀਂ, ਮੈਂ ਐਗਜ਼ਾਮਪਲ ਦਿੱਤਾ, ਮੈਂ ਸ਼ਾਪਿੰਗ ਦੀ, ਮੈਂ ਐਗਜ਼ਾਮਪਲ ਦਿੱਤਾ ਕਿ ਔਰਤ ਨੂੰ ਖੁਦ ਹੋਣਾ ਚਾਹੀਦਾ ਕਿ ਮੈਂ ਆਨਲਾਈਨ ਕੀ ਚੀਜ਼ ਸ਼ਾਪਿੰਗ ਕਰਨੀ ਹੈ, ਮੈਂ ਕਿੱਥੇ ਜਾਣਾ, ਕਿਸ ਤਰ੍ਹਾਂ ਕਰਨਾ, ਕਿਸ ਤਰ੍ਹਾਂ ਕਰਨਾ। ਮੇਰਾ ਇਹ ਮਤਲਬ ਕਹਿੰਦਾ ਹੈ ਇੱਕ ਔਰਤ ਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਮੈਂ ਸਮਾਜ ਵਿੱਚ ਮੇਰੀ ਕਿਹੜੀ ਜ਼ਰੂਰਤਾਂ ਅੱਗੇ ਨੂੰ ਕਿੱਥੋਂ ਕਿੱਥੋਂ ਪ੍ਰਾਪਤ ਕਰ ਸਕਦੀ ਹਾਂ। ਮੇਰਾ ਭਾਵ ਇਹ ਕਹਿੰਦਾ ਹਾਂ, ਇਹ ਮੈਂ ਪਹਿਲੇ ਵੀ ਇਹ ਕਹਿ ਚੁੱਕੀ ਹਾਂ ਇਹਦੇ ਬਾਰੇ ਕਿ ਵੀ ਜਿੱਦਾਂ ਹੁਣ ਕਈਆਂ ਕੋਈ ਕਾਰਾਂ ਦੀ ਡਰਾਈਵਿੰਗ ਸਿੱਖਿਆ ਨਹੀਂ ਕਈਆਂ ਨੇ ਨਾ, ਤੇ ਹੁਣ ਜਦੋਂ ਏਜ ਵੱਧ ਜਾਂਦੀ ਹੈ ਤੇ ਇੱਕ ਕਾਰ ਜਿਹੜੀ ਇੱਕ ਤੁਹਾਡਾ ਪੱਕਾ ਸਾਥੀ ਆ, ਠੀਕ ਹੈ, ਫੇਥਫੁਲ ਤੁਹਾਡਾ ਮੈਂ ਦੋਸਤ ਕਹੂੰਗੀ। ਕਿਉਂਕਿ ਨੇਰੇ ਸਨੇਰੇ ਮੀਂਹ ਗਣੀ ਵੀ ਹੈ, ਅਗਰ ਤੁਸੀਂ ਠੀਕ ਨਹੀਂ ਹੋ ਤੇ ਤੁਸੀਂ ਆਪਣੀ ਕਾਰ ਚੱਕਦੇ ਆ, ਆਪਣੀ ਸਟੋਰ 'ਚ ਜਾ ਕੇ ਆਪਣਾ ਸਮਾਨ ਲਿਆ ਸਕਦੇ ਹੋ। ਜਾਂ ਤੁਸੀਂ ਕਿਸੇ ਭੈਣ ਦੇ ਕੋਲ ਜਾਣਾ ਆ, ਅਦਾਸ ਬੈਠੇ ਹੋ, ਤਾਂ ਤੁਸੀਂ ਕਿਸੇ ਦੇ ਕੋਲ ਸ਼ਾਮ ਨੂੰ ਵੀ ਚਲੇ ਜਾਓਗੇ, ਹਨੇਰਾ ਵੀ ਹੋਏਗਾ ਤਾਂ ਆਪਣੀ ਕਾਰ ਚੱਕੋਗੇ, ਜਾਓਗੇ, ਕਾਰ 'ਚ ਬੈਠ ਕੇ ਆਪਣੇ ਘਰ ਆ ਜਾਓਗੇ, ਠੀਕ ਹੈ ਨਾ। ਜਿਹੜਾ ਕਿ ਬੱਸਾਂ 'ਚ ਨਹੀਂ ਜਾਣਾ ਪਵੇਗਾ। ਪਰ ਉਹਨਾਂ ਨੇ ਨਹੀਂ ਸਿੱਖਿਆ, ਉਹਨਾਂ ਦੀ ਗਲਤੀ ਆ, ਕਿਉਂਕਿ ਉਹਨਾਂ ਨੇ ਕਿਉਂ ਨਹੀਂ ਸਿੱਖਿਆ। ਦੂਸਰੀ ਗੱਲ ਹੈ ਕਿ ਜੇ ਉਹਨਾਂ ਨੇ ਕੋਈ ਸਕਿੱਲ ਸਿੱਖੀ ਹੁੰਦੀ ਤਾਂ ਉਹ ਜੇ ਮੁਸ਼ਕਲਾਤ ਪੈਸੇ ਦੀ ਆ ਰਹੀ ਹੋ ਤਾਂ ਆਪਣਾ ਕੰਮ ਕਰ ਸਕਦੀ। ਬਾਹਰਲੀਆਂ ਕੰਟਰੀਆਂ 'ਚ ਤੇ ਚਲੋ ਇਹ ਜਰਾ ਘੱਟ ਆ, ਪਰ ਇੱਥੇ ਵੀ ਬਹੁਤ ਆ ਜਿਨ੍ਹਾਂ ਕਿ ਔਰਤਾਂ ਨੇ ਇਹ ਸੋਚਿਆ ਨਹੀਂ। ਇੱਥੇ ਬਾਹਰਲੀਆਂ ਕੰਟਰੀਆਂ 'ਚ ਵੀ, ਆਪਣੀ ਕੰਟਰੀ 'ਚ ਵੀ ਹੈਗਾ, ਤੇ ਬੱਚਿਆਂ ਤੋਂ ਤਾਂ ਡਰਦੀਆਂ ਹੀ ਆ। ਕਿਉਂ ਡਰਦੀਆਂ ਨੇ ਉਹ? ਸਹੀ ਗੱਲ ਹੈ। ਉਹਦੇ ਪਿੱਛੇ ਸੋਚ ਦਾ ਹੀ ਕਾਰਨ ਹੈ ਨਾ। ਉਹ ਇਸ ਕਰਕੇ ਵੀ ਡਰਦੀਆਂ ਨੇ ਕਿ ਸਾਡਾ ਬੁਢਾਪਾ ਹੈਗਾ, ਕਿ ਸਾਨੂੰ ਕੱਲ ਤਕਲੀਫ ਹੋਏਗੀ, ਸਾਡੇ ਬੱਚੇ ਸਾਡੇ ਲੁੱਕ ਆਫਟਰ ਕਰਨਗੇ। ਅੱਛਾ, ਤੁਸੀਂ ਮੈਨੂੰ ਇੰਨਾ ਦੱਸੋ ਕਿੰਨੇ ਕੁ % ਨੇ ਹਾਰਟ ਤੋਂ ਰਾਹਤ ਰੱਖ ਕੇ ਦੱਸਿਓ ਟਰੁੱਥ, ਕਿਉਂਕਿ ਆਪਾਂ ਜਿੰਨੀਆਂ ਚੀਜ਼ਾਂ ਵੀ ਲਿਆਉਣੀਆਂ ਆ, ਟੌਪਿਕ ਆਪਣੇ ਹੋਣੇ ਆ, ਉਹ ਇੱਥੇ ਹੋਣੇ ਆ ਕਿ ਜਿਹੜੀ ਜ਼ਿੰਦਗੀ ਦਾ ਸੱਚ ਜੋ ਸਾਡਾ ਹੈਗਾ, ਹਾਂਜੀ, ਉਹ ਸੱਚ ਬਾਹਰ ਲਿਆਉਣਾ ਆ, ਕਿ ਜਿਹਨੂੰ ਅਸੀਂ ਦੱਬ ਕੇ ਰੱਖਦੇ ਆ। ਅਸੀਂ ਜਿਹੜਾ ਆ ਝੂਠ ਮੂਠ ਦੀਆਂ ਚੀਜ਼ਾਂ ਨੂੰ ਬਾਹਰ ਫੈਲਾਉਂਦੇ ਆ, ਜੋ ਕਿ ਪ੍ਰੈਕਟੀਕਲ 'ਚ ਜੋ ਅਸੀਂ ਕਰਦੇ ਆ ਉਹਨੂੰ ਅਸੀਂ ਕਾਰਪੇਟ ਦੇ ਥੱਲੇ ਦੇਈ ਜਾਂਦੇ ਆ। ਠੀਕ ਹੈ, ਲੇਕਿਨ ਜੋ ਅਸੀਂ ਪੇਸ਼ ਕਰਦੇ ਆ ਉਹ ਅਸੀਂ ਦੂਸਰਾ ਚਿਹਰਾ ਲਾ ਕੇ ਪੇਸ਼ ਕਰਦੇ ਆ। ਹਾਂ ਬਿਲਕੁਲ। ਜੋ ਪ੍ਰੈਕਟੀਕਲ 'ਚ ਹੋ ਰਿਹਾ ਆ ਉਹ ਆਪਾਂ ਮੋਰੇ ਲਿਆਉਣਾ ਹੈ, ਕਿ ਜਿਹੜਾ ਸਾਡੇ ਬੱਚੇ ਵੀ ਸੁਖੀ ਹੋਣ, ਮਰਦ ਵੀ ਸੁਖੀ ਹੋਣ, ਔਰਤਾਂ ਵੀ ਸੁਖੀ ਹੋਣ, ਆਪਾਂ ਸੁਖੀ ਹੋਵੇ। ਕਿਉਂਕਿ ਉਹਨਾਂ ਚੀਜ਼ਾਂ ਤੋਂ ਮੈਂ ਇਹ ਵੀ ਨਹੀਂ ਕਹਿੰਦੀ ਕਿ ਸਾਰੇ ਉਹਨਾਂ ਚੀਜ਼ਾਂ ਨੂੰ ਤੋਂ ਲਰਨ ਕਰਨਗੇ। ਜਿਹਨੇ ਲਰਨ ਕਰਨਾ ਉਹ ਕਰੇ, ਜਿਹਨੇ ਨਹੀਂ ਕਰਨਾ ਉਹ ਤਾਂ ਉਹਦੇ ਤੇ ਡਿਪੈਂਡ ਆ। ਪਰ ਆਪਣੀ ਲਾਈਫ ਨੂੰ ਬਣਾਉਣ ਵਾਸਤੇ ਕਈਆਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਹੈ। ਜਿਹੜੀ ਮੈਂ ਹੁਣ ਅੱਜ ਆਪਾਂ ਗੱਲ ਕੀਤੀ ਆ ਕਿ ਕਿਸੇ ਤੇ ਡਿਪੈਂਡ ਰਹਿਣਾ। ਡਿਪੈਂਡ ਰਹਿਣ ਦਾ ਮੀਨਿੰਗ ਇਹ ਨਹੀਂ ਕਿ ਤੁਸੀਂ ਉਹਦੇ ਕੋਈ ਬਰਖਲਾਫ ਜਾ ਰਹੇ ਹੋ। ਹਾਂ ਠੀਕ ਹੈ, ਆਪਣੇ ਬੱਚੇ ਦੇ ਬਰਖਲਾਫ ਬੱਚਿਆਂ ਦੇ ਜਾ ਰਹੇ ਹੋ, ਜਾਂ ਮਰਦ ਦੇ ਬਰਖਲਾਫ ਜਾ ਰਹੇ ਹੋ, ਜਾਂ ਭਰਾਵਾਂ ਦੇ ਬਰਖਲਾਫ ਜਾ ਰਹੇ ਹੋ। ਹੁਣ ਕਈ ਵਾਰੀ ਔਰਤ ਵਿਧਵਾ ਹੋ ਜਾਂਦੀ ਜਾਂ ਡਿਵੋਰਸ ਹੋ ਜਾਂਦੀ, ਉਹ ਆਪਣੇ ਮਾਂ-ਬਾਪ ਦੇ ਘਰ ਜਾ ਕੇ ਬੈਠ ਜਾਂਦੀ, ਉਹ ਵਿਚਾਰੀ ਕਿੰਨੀ ਕੁ ਉਹਦੀ ਇੱਜ਼ਤ ਹੁੰਦੀ ਆ ਫਿਰ? ਕੁਛ ਵੀ ਨਹੀਂ ਹੈ ਕਿ ਨਾ। ਤਾਂ ਜੇ ਉਹ ਡਿਪੈਂਡ ਨਹੀਂ ਹੋਊਗੀ, ਉਹ ਬੇਸ਼ੱਕ ਆਪਣੇ ਮਾਂ-ਬਾਪ ਦੇ ਘਰ ਚਲੇਗੀ, ਉਹਦੇ ਕੋਲ ਕੋਈ ਸਕਿੱਲ ਹੋਊਗੀ, ਉਹ ਆਪਣਾ ਕੰਮ ਕਰੂਗੀ, ਤਾਂ ਉਹਦੇ ਨਾਲ ਉਹ ਹਾਲਾਤ ਦਾ ਉਹਨੂੰ ਸਾਹਮਣਾ ਨਹੀਂ ਕਰਨਾ ਪਵੇਗਾ। ਠੀਕ ਹੈ, ਮੰਨਦੇ ਹੋ ਨੇ ਇਸ ਗੱਲ ਨੂੰ? ਹਾਂਜੀ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਹੈ ਬੁਢਾਪੇ ਦੇ ਵਿੱਚ, ਜਦੋਂ ਹੁਣ ਆਪਾਂ ਜਿੱਦਾਂ ਹੁਣ ਮੈਂ ਤੁਹਾਨੂੰ ਪੁੱਛਿਆ ਕਿ ਕਿੰਨੀਆਂ ਕੁ ਔਰਤਾਂ ਨੇ ਉਹ ਜਿਹੜੀਆਂ ਤੁਸੀਂ ਕਹਿੰਦੇ ਕਿ ਵੀ ਇੱਧਰ ਤਾਂ ਸੁਖੀ ਆ ਸਾਰੀਆਂ, ਤੁਸੀਂ ਦੱਸੋ ਮੈਨੂੰ ਕਿੰਨੇ % ਸੁਖੀ ਇੱਥੇ ਬਾਹਰਲੇ ਦੇਸ਼ਾਂ 'ਚ? ਕੋਈ ਉੱਪਰੋਂ ਉਸ਼ਾ ਇਸ ਜਿਹੜਾ ਕਿਰਮਿਟ ਦੀ ਗੇਂਦ ਮੱਕਣ ਦੁਨੀਆ ਆ ਗਈ ਹੈ। ਨਹੀਂ, ਔਰਤਾਂ ਨੇ ਕਿਰਮਿਟ ਦੀ ਗੇਂਦ ਮੱਕਣ ਗਈਆਂ, ਅੰਦਰੋਂ ਸਾਰੀਆਂ ਖੋਖਲੀਆਂ ਨੇ। ਔਰਤਾਂ ਬਹੁਤ ਲੜਦੀਆਂ ਨੇ ਕਿ ਬੁਢਾਪੇ ਸਾਡੇ ਧੀਆਂ ਪੁੱਤ ਸਾਨੂੰ ਪੁੱਛਣ ਅਸੀਂ ਕੀ ਕਰਾਂਗੇ। ਮੈਂ ਆਪਣੇ ਕਈ ਜਿਹੜੇ ਆਪਣੀ ਲਾਈਫ ਵਿੱਚ ਕਈ ਔਰਤਾਂ ਇੱਥੇ ਦੇਖੀਆਂ ਨੇ, ਸਾਡੀ ਕਾਉਂਟੀ ਦੇ ਵਿੱਚ ਜਿਹੜੀਆਂ ਹੈਗੀਆਂ ਨੇ, ਕਿ ਉਹ ਔਰਤਾਂ ਡਰਦੀਆਂ ਨੇ ਕਿ ਹਾਏ ਸਾਡਾ ਬੁਢਾਪਾ ਕਿੱਦਾਂ ਬੀਤੇਗਾ। ਨਹੀਂ ਪੁੱਤ ਨਹੀਂ, ਤੂੰ ਜਿੱਦਾਂ ਕਹੇਗਾ ਅਸੀਂ ਉਦਾਂ ਹੀ ਕਰਨੇ ਹੈਗੇ ਆ। ਮਗਰੋਂ ਉਹ ਤੁਹਾਡੇ ਵਾਲੀ ਗੱਲ, ਪਰ ਮਗਰੋਂ 2 ਜੁੱਤੀਆਂ ਮਾਰਨ ਧੀਆਂ ਪੁੱਤਰ, ਮਗਰ ਉਹਨਾਂ ਨੇ ਜ਼ਰੂਰ ਡਰ ਕੇ ਜ਼ਿੰਦਗੀ ਬਿਤਾਉਣਗੀਆਂ ਆਪਣੀਆਂ। ਮੈਂ ਇੱਕ ਕਿਰਮਿਟ ਦੀ ਗੇਂਦ ਨੂੰ ਛੱਡੋ, ਆਪਣਾ ਜੀਣਾ ਅਸਲੀ ਗੇਂਦ ਬਣ ਕੇ ਜੀਓ। ਨਹੀਂ ਜੀ ਮਾਸੀ ਜੀ, ਫਿਰ ਉਹਨਾਂ ਨੂੰ ਉਹਨਾਂ ਤੇ ਡਿਪੈਂਡ ਮਤਲਬ ਇਸ ਕਰਦੀਆਂ ਉਹਨਾਂ ਨੂੰ ਸਾਰੇ ਪੈਸੇ ਦੇ ਜਾਂਦੀਆਂ ਨੇ, ਬੁੱਕਾਂ ਉਹਨਾਂ ਦੇ ਹੱਥ ਫੜਾਈਆਂ, ਇਸ ਕਰਕੇ ਫੜਾਈਆਂ। ਨਹੀਂ, ਉਹਨਾਂ ਬੁੱਕਾਂ ਬੰਦ ਕਰਦੀਆਂ ਨੇ, ਬੁੱਕਾਂ ਬੰਦ ਕਰਵਾਤੀਆਂ ਨੇ। ਮੈਂ ਬੁੱਕਾਂ ਬੰਦ ਕਰੋ, ਮੈਂ ਬੁੱਕਾਂ ਆਪਣੇ ਕੋਲ ਰੱਖੋ, ਸੋਸ਼ਲ ਸਰਵਿਸ ਨੂੰ ਕਹੋ ਜਾ ਕੇ ਸੋਸ਼ਲ ਵਰਕਰ ਤੁਹਾਡੇ ਘਰ। ਨਹੀਂ ਜੀ, ਆਪਣਾ ਸੁੱਖ ਆਪਣੇ ਜੀਵਨ ਸੁਖੀ ਰੱਖੋ। ਮਾਸੀ ਜੀ ਹੁਣ ਤਾਂ ਬੈਂਕਾਂ 'ਚ ਜਾਂਦੇ ਆ, ਹੁਣ ਤਾਂ ਬੁੱਕਾਂ ਦਾ ਕੰਮ ਨਹੀਂਗਾ, ਬੈਂਕ 'ਚ ਜਾਂਦੇ ਹੋ ਗਈ ਨਾ, ਸੇਮ ਚੀਜ਼ ਹੋ ਗਈ। ਹਾਂ, ਤੇ ਪਰ ਫਿਰ ਉਹ ਕਾਰਡ ਦਿੰਦੀਆਂ ਨੇ ਉਹਨਾਂ ਨੂੰ।
ਸਟੇਟਮੈਂਟ ਤੁਹਾਡੇ ਕੋਲ ਆਉਂਦੇ ਹੀ ਨੇ ਨਾ? ਹਾਂ, credit card ਸਟੇਟਮੈਂਟ ਤਾਂ ਆਂਦੀ ਆ, ਪਰ ਲੇਕਿਨ ਘਰ ਦੇ ਵਿੱਚ ਜਦੋਂ ਰਹਿ ਰਹੀ ਏ ਸਾਰਾ ਰਾਸ਼ਨ ਤੇ ਮਾਂ ਨੇ ਲਿਆਉਣਾ ਨਾ। ਹਾਂ ਬਿਲਕੁਲ ਸਹੀ ਬਾਤ ਹੈ। ਜਦੋਂ shopping ਕਰਨ ਜਾਂਦੇ ਆ। ਲੇਡੀਜ਼ ਹੈਗੀਆਂ ਜਿਹੜੀਆਂ ਨਹੀਂ ਟੁਰ ਫਿਰ ਸਕਦੀਆਂ ਹੈਗੀਆਂ, ਉਹਨਾਂ ਧੀਆਂ ਪੁੱਤਰਾਂ ਨੂੰ ਕਾਰਡ ਦਿੱਤੇ ਹੈਗੇ ਨੇ, ਤੁਸੀਂ- ਕਾਰਡ ਦੇ ਪੈਨਸ਼ਨ ਬਾਅਦ ਚ ਆਉਂਦੀ, ਉਹਨਾਂ ਖਰਚਾ ਪਹਿਲੇ ਹੋ ਜਾਂਦਾ ਹੈਗਾ। ਇੱਕ ਮੈਂ ਤੁਹਾਨੂੰ ਟਰੁੱਥ ਦੱਸਦੀ ਆ, ਹੂੰ ਮੈਂ ਸ਼ਾਪਿੰਗ ਕਰਨ ਗਈ, ਹੂੰ ਮੈਂ ਸਟੋਰ ਦਾ ਨਾਂ ਨਹੀਂ ਲਊਂਗੀ ਫਿਰ ਐਡਵਰਟਾਈਜ਼ ਹੋ ਜਾਂਦੀ ਹੈ ਨਾ। ਠੀਕ ਹੈ। ਵੱਡੇ ਸਟੋਰ 'ਚ ਮੈਂ ਸ਼ਾਪਿੰਗ ਕਰਨ ਗਈ ਤੇ ਮੈਂ ਮੇਰਾ ਬੇਟਾ ਅਸੀਂ ਸ਼ਾਪਿੰਗ ਕਰ ਰਹੇ ਤੇ ਮੇਰੇ ਤੋਂ ਅੱਗੇ ਇੱਕ ਯੰਗ ਲੜਕੀ ਅੱਛਾ ਆਪਣੀ ਏਸ਼ੀਅਨ ਤੇ ਉਹਦੇ ਨਾਲ ਇੱਕ ਜਿਹੜਾ ਸਿਆਣਾ ਮਰਦ ਸੀਗਾ, ਜਿਵੇਂ ਕਿ ਜਾਂ ਉਹਦਾ ਡੈਡੀ ਹੋ ਸਕਦਾ ਜਾਂ ਫਾਦਰ ਇਨ ਲਾ ਹੋ ਸਕਦਾ ਨਾ। ਠੀਕ ਹੈ। ਅੱਛਾ, ਉਹ ਵਿਚਾਰੇ ਟਰੋਲੀ ਪਕੜੀ ਹੋਈ ਅੱਛਾ ਤੇ ਉਹ ਲੜਕੀ ਜੋ ਜੋ ਉਹਨੂੰ ਚਾਹੀਦਾ ਸੀ ਵਿੱਚੋਂ ਡਾਲ ਰਹੀ ਸੀ ਨਾ, ਪਾ ਜਾਵੇ, ਹਾਂ ਪਾ ਟਰੋਲੀ 'ਚ ਜਾਵੇ। ਪਾਉਂਦੀ ਜਾ ਰਹੀ ਸੀ। ਅੱਛਾ ਤੇ ਮੈਂ ਉੱਥੇ ਹੀ ਕੁਝ ਦੇਖ ਰਹੀ ਸੀ, ਕੋਈ ਕੇਕਾਂ ਦਾ ਸਮਾਨ ਦੇਖਣਾ ਸੀਗਾ ਮੈਂ, ਅੱਛਾ ਤੇ ਉਹ ਵੀ ਉੱਥੋਂ ਹੀ ਸੈਕਸ਼ਨ ਚੋਂ ਹੀ ਉਹ ਚੀਜ਼ਾਂ ਲੈ ਰਹੀ ਸੀ। ਠੀਕ ਹੈ। ਤੇ ਉਹ ਜਿਹੜਾ ਭਰਾ ਸੀਗਾ ਉਹਨਾਂ ਦਾ, ਪਤਾ ਨਹੀਂ ਫਾਦਰ ਸੀ ਜਾਂ ਫਾਦਰ ਇਨ ਲਾ ਸੀ, ਹਾਂਜੀ ਉਹਨੇ ਹੌਲੀ ਜਿਹੀ ਨਹੀਂ ਕਿਹਾ ਵੀ ਪਤਾ ਨਹੀਂ ਉਹ ਕਿਹੜੀ ਚੀਜ਼ ਉੱਥੋਂ ਤੇ ਹੱਥ ਲਾ ਕੇ ਉਹਨੇ ਕਹਿ ਦਿੱਤਾ ਕਿ ਬੇਟਾ ਮੈਂ ਇਹ ਚੀਜ਼ ਰੱਖ ਲਾ ਵਿੱਚ, ਹਨਾ। ਅੱਛਾ ਉਹਦਾ ਕਿਸੇ ਚੀਜ਼ ਨੂੰ ਦਿਲ ਕੀਤਾ ਹੋਏਗਾ। ਹਾਂ ਸਮਝ ਗਈ। ਬਾਅਦ 'ਚ ਮੈਂ ਬਹੁਤ ਪਛਤਾਈ ਕਿ ਮੈਨੂੰ ਬੋਲ ਪੈਣਾ ਚਾਹੀਦਾ ਸੀ ਉੱਥੇ। ਠੀਕ ਹੈ। ਮੈਂ ਬੋਲੀ ਨਹੀਂ, ਪਰ ਮੈਂ ਘਰ ਆ ਕੇ ਵੀ ਬਹੁਤ ਹੈਰਾਨ ਹੋਈ। ਮੈਂ ਸੋਚਦੀ ਰਹੀ 2 ਦਿਨ ਕਿ ਹਾਏ ਇਸ ਤਰੀਕੇ ਨਾਲ ਹਾਲਾਤ ਹੋ ਰਹੇ ਨੇ, ਹਨਾ। ਉਹ ਉਹਨੂੰ ਕਹਿੰਦੀ ਕਿ ਪਲੀਜ਼ ਕੈਨ ਯੂ ਹੈਲਪ ਮੀ। ਉਹ ਚੁੱਪ Can ਕਰਕੇ you? ਖੜ ਗਿਆ, ਕੈਨ ਯੂ ਹੈਲਪ ਮੀ, ਅੱਛਾ 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 ਯੂ ਸਟੇ ਕੁਆਇਟ। ਅੱਛਾ ਹਾਏ ਹਾਏ ਅੱਛਾ ਉਹ ਨਹੀਂ ਕੁਸਕਿਆ, ਓਏ ਹੋਏ। ਹੈਨਾ, ਉਹ ਚੁੱਪ ਹੀ ਹੋ ਗਿਆ। ਪਰ ਮੇਰਾ ਦਿਲ ਦੇਖ ਕੇ ਨਾ, ਜਦੋਂ ਮੈਂ ਕਿਹਾ ਹਾਏ ਇਹਨੇ ਜਾਂ ਤੇ ਇਹਦੀ ਬਹੂ ਹੈ ਜਾਂ ਲੜਕੀ ਹੈ, ਹਾਂ ਵੀ ਠੀਕ ਹੈ। ਇਹ ਟਰੋਲੀ ਕਾਹਤੇ ਪਕੜ ਕੇ ਲਿਆਂਦਾ ਹੋਇਆ, ਕਿਉਂਕਿ ਜਦੋਂ ਟਿਲ ਤੇ ਜਾਣਾ ਤੇ ਮਨੀ ਇਸ ਭਰਾ ਨੇ ਦੇਣੀ ਹੈ, ਇਹ ਹਾਂ ਮੈंने ਦੇਣੀ ਹੈ। ਹਾਂ। ਜਿਹੜੀ ਇਸ ਤਰੀਕੇ ਨਾਲ ਉਹ ਲੜਕੀ ਪੈ ਰਹੀ ਸੀ, ਉਹਨੂੰ ਬੇਇੱਜ਼ਤੀ ਕਰ ਰਹੀ ਸੀ ਕਿ ਉਹ ਹਾਂ। ਆਪਣੀ ਪਸੰਦ ਦੀ ਚੀਜ਼ ਵੀ ਨਹੀਂ ਕਹਿ ਸਕਦਾ, ਹਾਂ ਬਿਲਕੁਲ ਸਹੀ ਬਾਤ ਹੈ। ਹੈਨਾ। ਹਾਲਾਂਕਿ ਕੈਨ ਯੂ ਹੈਲਪ ਮੀ, ਉਹਦੇ ਆਪਣੇ ਪੈਸੇ ਸੀ, ਉਹਦੇ ਆਪਣੇ ਪੈਸੇ ਸੀ, ਬਿਲਕੁਲ ਸਹੀ ਗੱਲ ਹੈ। ਸਟੇ ਕੁਆਇਟ ਫॉर ਵਾਈਲ ਕਹਿੰਦੀ ਤੇ ਉਹ ਬਿਲਕੁਲ। ਮਤਲਬ ਇਸ ਤਰੀਕੇ ਨਾਲ ਉਂਗਲੀ ਦੇਖ ਕੇ ਉਸਨੂੰ ਕਿਹਾ ਤੇ ਉਹ ਵਿਚਾਰਾ ਚੁੱਪ ਹੋ ਗਿਆ। ਉਹਨੂੰ ਕੁਸਕਿਆ ਹੀ ਨਹੀਂ, ਉਹਨੇ ਕਿਹਾ ਹੀ ਨਹੀਂ ਕਿ ਹਾਂ, ਮੈਂ ਕਿਉਂ ਨਹੀਂ ਕਹਿ ਸਕਦਾ ਜੇ ਮੇਰੀ ਕਿਸੇ ਚੀਜ਼ ਨੂੰ ਦਿਲ ਕਰ ਰਿਹਾ। ਹੂੰ ਤੇ ਮੈਂ ਚੁੱਪ ਕਰਕੇ ਦੇਖਿਆ, ਮੈਂ ਆਪਣੇ ਬੇਟੇ ਨੂੰ ਕਿਹਾ, ਮੈਂ ਕਿ ਇਹ ਲੜਕੀ ਨੇ, ਹਾਂਜੀ ਆਪਾਂ ਫਿਰ ਗੱਲਾਂ ਕਰਦੇ ਹਾਂ। ਨਹੀਂ ਨਹੀਂ ਨਹੀਂ, ਸੋ ਇਹ ਜਿਹੜੀ ਚੀਜ਼ ਆ ਜਾਂ ਤਾਂ topic ਮਤਲਬ ਇਹ ਹਾਲ ਸਾਡੇ ਔਰਤਾਂ ਨਾਲ ਮਰਦਾਂ ਨਾਲ ਹੋ ਰਿਹਾ, ਹੋ ਰਹੇ ਨੇ। ਹੈਨਾ। ਸੋ ਉਹ ਗੱਲ ਉੱਥੇ ਹੀ ਆ ਗਈ ਜਿੱਦਾਂ ਤੁਸੀਂ ਕਿਹਾ ਜੀ, ਇੱਥੇ ਤਾਂ ਚਲੋ ਕੋਈ ਚੀਜ਼ ਹੈ ਨਹੀਂ, ਉਹ ਕਹਿੰਦੀ ਆ ਸਾਡੇ ਸੇਵਾ ਕਰਨਗੇ। ਕਿਆ ਇਹ ਸੇਵਾ ਹੈ? ਫਿਰ ਜਦੋਂ ਬੁਢਾਪਾ ਹੁੰਦਾ ਆ, ਫਿਰ ਉਸ ਵੇਲੇ ਹੋਮ 'ਚ ਕਿਉਂ ਸੁੱਟ ਦਿੰਦੇ ਨੇ ਚੱਕ ਕੇ, ਜਦੋਂ ਬਿਲਕੁਲ ਨਹੀਂ ਚੱਲਦੀਆਂ। ਜਿੰਨੀ ਦੇਰ ਤਾਂ ਚੱਲਦੀਆਂ ਉਨੀ ਦੇਰ ਤੇ ਉਹ ਹਾਂਡੀ ਖਾਲੀ ਹੋ ਜਾਂਦੀ ਨਾ, ਫਿਰ ਇਸ ਕਰਕੇ ਹਾਂਡੀ ਖਾਲੀ ਹੋ ਜਾਂਦੀ, ਮਕਾਨ ਆਪਣੇ ਨਾਂ ਹੋ ਜਾਂਦੇ ਹੈਗੇ ਨੇ। ਉਹ ਜਿੰਨੇ ਕਹਿੰਦੇ ਹੈਗੇ ਪੈਸਾ ਆਪਣੇ ਨਾਂ ਹੋ ਜਾਂਦਾ ਹੈਗਾ, ਕਹਿੰਦੇ ਬਾਬਾ ਬੁੱਢਾ ਖਾਲੀ ਹੋ ਗਿਆ, ਸੁੱਟੋ ਇਹਨੂੰ ਹੋਮ ਦੇ ਵਿੱਚ। ਇਹਦਾ ਹਾਂ, ਲੈ- ਤੇ ਫਿਰ ਅਸੀਂ ਦੇਖ ਕੇ ਵੀ ਨਹੀਂ ਸਿੱਖ ਰਹੇ ਜੋ ਕੁਛ ਆਮ ਹੋ ਰਿਹਾ। ਆਪਾਂ ਦੇਖਦੇ ਆ, ਹੁਣ ਤਾਂ ਆਪਣੇ ਦੇਸ਼ 'ਚ ਵੀ ਬਹੁਤ ਵੱਧ ਗਈ ਇਹ ਚੀਜ਼ ਨਾ, ਸਹੀ ਗੱਲ ਹੈ। ਪਰ ਲੇਕਿਨ ਅਸੀਂ ਸਿੱਖਦੇ ਫਿਰ ਕਿਉਂ ਨਹੀਂ ਗਏ? ਸਾਨੂੰ ਸਿੱਖਣਾ ਚਾਹੀਦਾ ਨਾ ਕਿ ਚਾਹੇ ਕੋਈ ਗਰੀਬ ਆ ਚਾਹੇ ਕੋਈ ਅਮੀਰ ਆ, ਮਤਲਬ ਇਹ ਜਿਹੜੀਆਂ ਚੀਜ਼ਾਂ ਵੱਧਦੀਆਂ ਜਾ ਰਹੀਆਂ ਆ। ਔਰ ਗਰੀਬ ਔਰਤ ਨੂੰ ਤਾਂ ਚਾਹੇ ਹੁਣ ਜਿੱਦਾਂ ਬਾਹਰਲੇ ਦੇਸ਼ਾਂ 'ਚ ਵੀ ਗਰੀਬ ਨੇ। ਨਹੀਂ ਤੁਸੀਂ ਦੱਸੋ ਕੀ ਸਿੱਖਣਾ ਚਾਹੀਦਾ? ਬੰਦਾ ਬਜ਼ੁਰਗ ਹੋ ਜਾਵੇ, ਉਹਨੂੰ ਕੀ ਕਰਨਾ ਚਾਹੀਦਾ ਹੈ? ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਹੁਣ ਇਹਦੇ ਬਾਰੇ ਸਾਰੀਆਂ ਚੀਜ਼ਾਂ ਅੱਜ ਆਪਾਂ ਟੌਪਿਕ ਹੈਗਾ ਆ ਕਿ ਕਿਸੇ ਤੇ ਡਿਪੈਂਡ ਰਹਿ ਕੇ ਤੁਸੀਂ ਖੁਸ਼ੀ ਨਹੀਂ ਖਰੀਦ ਸਕਦੇ। ਠੀਕ ਹੈ। ਓਕੇ, ਕਿਉਂਕਿ ਉਹਦੇ ਲਈ ਫਿਰ ਅਲੱਗ ਹੋਏਗਾ ਟੌਪਿਕ ਨਾ। ਠੀਕ ਹੈ। ਹਾਂ, ਜਿਹੜੀ ਮੈਂ ਹੁਣ ਕਹਿਣ ਲੱਗੀ ਆ ਕਿ ਜਿਵੇਂ ਬਾਹਰ ਆਪਾਂ ਇੱਥੇ ਬੈਠੇ, ਇਹ ਨਹੀਂ ਕਿ ਇੰਡੀਆ 'ਚ ਹੀ ਗਰੀਬ ਨੇ ਔਰਤਾਂ, ਇੱਥੇ ਵੀ ਗਰੀਬ ਨੇ, ਪਰ ਉਹ ਇੱਥੇ ਦਾ ਜਿਹੜਾ ਆ ਕਿ ਉਹ ਸੋਚਣੇ ਲਗਾ ਰਹੀਆਂ, ਆਪਣੀ ਸੋਚਦੀ ਨਹੀਂ ਪਈਆਂ, ਹਨਾ ਵੀ ਕਮਿਊਨਿਟੀ ਕੀ ਕਹੇਗੀ, ਜਾਂ ਆਪਣੇ ਉਹ ਕਹਿੰਦੀਆਂ ਕਿ ਜੋ ਕੁਝ ਹੁੰਦਾ ਛੁਪਾ ਕੇ ਰੱਖੀਏ, ਕਿਸੇ ਨੂੰ ਪਤਾ ਨਾ ਚੱਲ ਜਾਏ ਕਿ ਘਰ ਦੇ ਵਿੱਚ ਅਸੀਂ ਇੰਨਾ ਦੁਖੀ ਆ, ਸਾਡਾ ਮਰਦ ਏਦਾਂ ਕਰ ਰਿਹਾ, ਜਾਂ ਸਾਡਾ ਬੇਟੀ ਏਦਾਂ ਕਰ ਰਹੀ ਹੈ, ਜਾਂ ਸਾਡਾ ਬੇਟਾ ਏਦਾਂ ਕਰ ਰਿਹਾ। ਉਹ ਛੁਪਾਉਂਦੇ ਨੇ, ਝੂਠ ਦੱਸਦੇ ਨੇ ਬਾਹਰ ਕਿ ਅਸੀਂ ਜੀ ਇਸ ਤਰੀਕੇ ਨਾਲ ਆ। ਉਹ ਇਸ ਕਰਕੇ ਦੁੱਖ ਪਾ ਰਹੇ ਨੇ। ਜਿਹੜੇ ਇੰਡੀਆ ਦੇ ਵਿੱਚ ਨੇ,
ਗਰੀਬ ਔਰਤ ਉਹ ਇਦੂ ਪਾਰੀ ਨੇ ਦੁੱਖ, ਕਿਉਂਕਿ ਜੇ ਉਹ ਪੀਂਦੇ ਖਾਂਦੇ ਨੇ ਉਹਨਾਂ ਦੇ ਮਰਦ, ਤੇ ਉਹ ਫੇਰ ਵੀ ਉੱਥੇ ਹੀ ਬੈਠੀ ਉਹ ਸੋਚ ਨਹੀਂ ਸਕਦੀ, ਆਪਣੇ ਦਿਮਾਗ ਨੂੰ ਨਹੀਂ ਲੜਾਉਂਦੀ। ਠੀਕ ਹੈ। ਔਰ ਦੂਸਰਾ ਉਹ ਇੱਥੇ ਤੱਕ ਨਹੀਂ ਸੋਚਦੀ, ਜੇ ਮੈਂ ਲੋਕਾਂ ਦੇ ਘਰ 'ਚ ਸਫਾਈ ਕਰਨ ਜਾਂਦੀ ਹਾਂ ਜਾਂ ਭਾਂਡੇ ਮਾਂਜਦੀ ਹਾਂ ਜਾਂ ਮੈਂ ਦਿਹਾੜੀ ਕਰਨ ਜਾਂਦੀ ਹਾਂ, ਕਿਆ ਉਹਨੇ ਉਹ ਜੇ ਅਗਰ ਸੋਚੇ ਵੀ ਮੈਂ ਦਿਹਾੜੀ ਕਰਕੇ ਇੱਥੇ ਹੀ ਬੈਠੀ ਰਹੂੰਗੀ, ਕਿਆ ਦਿਹਾੜੀ ਕਰਦੀ ਮਰਨਾ ਹੈ? ਵਾਏ ਉਹ ਅਗਰ ਜੋ ਆਪਣੀ ਆਤਮਾ ਦੇ ਨਾਲ ਗੱਲ ਕਰੇ ਕਦੀ ਬੈਠ ਕੇ ਵੀ ਮੈਂ ਇਸ ਚੀਜ਼ ਚੋਂ ਨਿਕਲਣਾ, ਮੈਂ ਕਿਉਂ ਨਹੀਂ ਅੱਛਾ ਕੰਮ ਕਰ ਸਕਦੀ? ਮੁਸ਼ਕਲਾਤ ਹੋਏਗੀ ਪਹਿਲੇ, ਜਦੋਂ ਵੀ ਆਪਾਂ ਕੁਛ ਗਰੀਬੀ ਚੋਂ ਨਿਕਲਦੇ ਆ, ਕੁਛ ਸਿੱਖਦੇ ਆ, ਤੇ ਥੋੜਾ ਤਾਂ ਮੁਸ਼ਕਲ ਆਉਂਦੀ ਆ, ਪਰ ਲੇਕਿਨ ਜਿੰਨੀ ਦੇਰ ਤੁਸੀਂ ਸੋਚਦੇ ਹੀ ਨਹੀਂ, ਆਪਣੇ ਦਿਮਾਗ ਨੂੰ ਨਹੀਂ ਅੱਗੇ ਵਧਾਉਂਦੇ, ਤੇ ਕਿਵੇਂ ਤੁਸੀਂ ਕਰ ਪਾਓਗੇ? ਕਿਉਂਕਿ ਸਾਡੀ ਆਤਮਾ ਜਿਹੜੀ ਆ ਨਾ, ਕਹਿੰਦੇ ਆ ਨਾ ਵੀ ਰੱਬ ਸਾਡੇ ਅੰਦਰ ਹੀ ਰਹਿੰਦਾ ਹੈ। ਠੀਕ ਹੈ। ਰੱਬ ਕਦੇ ਝੂਠ ਨਹੀਂ ਬੋਲਦਾ, ਰੱਬ ਕਦੇ ਧੋਖਾ ਨਹੀਂ ਦੇ ਸਕਦਾ। ਠੀਕ ਹੈ। ਅਗਰ ਸਾਨੂੰ, ਆਪਾਂ ਕਿਸੇ ਵੀ ਦੇਸ਼ 'ਚ ਹੋਈਏ, ਸਾਨੂੰ ਬੈਠ ਕੇ ਅਸੀਂ ਕਿੰਨੀਆਂ ਕੁ ਔਰਤਾਂ ਜਿਹੜੀਆਂ ਅਸੀਂ ਆਪਣੀ ਆਤਮਾ ਨਾਲ ਹਫ਼ਤੇ ਦੇ ਵਿੱਚ 1-2 ਵਾਰੀ ਬੈਠ ਕੇ ਸੋਚਦੇ ਹਾਂ, ਆਪਣੀ ਆਤਮਾ ਨਾਲ ਗੱਲ ਕਰਦੇ ਹਾਂ ਡੀਪਲੀ, ਕਿ ਜਦੋਂ ਅਸੀਂ ਆਤਮਾ ਨਾਲ ਗੱਲ ਕਰਾਂਗੇ ਤਾਂ ਆਤਮਾ ਸਾਨੂੰ ਜਵਾਬ ਸਹੀ ਦੇਗੀ। ਅਗਰ ਤੁਸੀਂ ਸ਼ੁਰੂ ਕਰ ਦੋਗੇ ਸੋਚਣਾ ਕਿ ਇਹ ਜਿਹੜੀ ਜ਼ਿੰਦਗੀ ਆ, ਮੈਂ ਅੱਜ ਦਿਹਾੜੀ ਕਰਦੀ ਹਾਂ, ਮੈਂ ਅੱਜ ਕਿਸੇ ਦੇ ਭਾਂਡੇ ਮਾਂਜਦੀ ਹਾਂ, ਚਾਹੇ ਬਾਹਰਲੇ ਦੇਸ਼ 'ਚ ਹੋਵੇ ਚਾਹੇ ਇੰਡੀਆ 'ਚ ਹੋਵੇ, ਤਾਂ ਮੈਂ ਇਹ ਚੀਜ਼ ਕਿਉਂ ਕਰਾਂ? ਮੈਂ ਇੱਦਾਂ ਥੋੜੀ ਜ਼ਿੰਦਗੀ ਕੱਟੂਗੀ, ਮੇਰੇ ਬੱਚੇ ਵੀ ਭਾਂਡੇ ਹੀ ਮਾਂਜਣਗੇ ਫਿਰ। ਤੇ ਮੈਂ ਆਪਣੇ ਆਪ ਨੂੰ ਅੱਛਾ ਬਣਾਉਣ ਵਾਸਤੇ ਕੁਝ ਸਿੱਖਾਂ। ਅਗਰ ਜੇ ਮੇਰੇ ਕੋਲ ਪੈਸੇ ਨਹੀਂ, ਅਗਰ ਜੇ ਕੋਈ ਮੇਰੀ ਮਦਦ ਕਰਦਾ ਪਿਆ ਤੇ ਮੈਨੂੰ ਕੋਈ ਚਾਂਸ ਮਿਲਦਾ ਪਿਆ ਆ, ਕੋਈ ਓਪਰਚੁਨਿਟੀ ਮਿਲਦੀ ਆ ਜ਼ਿੰਦਗੀ ਦੇ ਵਿੱਚ, ਤਾਂ ਮੈਂ ਉਸ ਓਪਰਚੁਨਿਟੀ ਨੂੰ ਯੂਜ਼ ਕਰ ਲਵਾਂ, ਉਸ ਓਪਰਚੁਨਿਟੀ ਨੂੰ ਲਵਾਂ। ਪਰ ਕਈ ਦਫਾ ਕਈ ਲੋਕ ਓਪਰਚੁਨਿਟੀ ਨੂੰ ਵੀ ਨਹੀਂ ਲੈ ਸਕਦੇ। ਠੀਕ ਹੈ। ਹੈ ਨਾ, ਕਿਉਂਕਿ ਉਹਨਾਂ ਦੇ ਅੰਦਰ ਉਹ ਸੇਮ ਉਹੀ ਗੱਲ ਆ ਗਈ, ਕਿਉਂਕਿ ਉਹ ਸੋਚ ਉੱਥੇ ਤੱਕ ਨਹੀਂ ਲਿਜਾਂਦੇ। ਉਹਨਾਂ ਕੋਲ ਡਰ ਹੁੰਦਾ, ਹਾਏ ਅਗਰ ਜੇ ਮੈਂ ਜੋ ਕੋਈ ਮੇਰਾ ਹੱਥ ਫੜ ਰਿਹਾ, ਅਗਰ ਜੇ ਮੈਨੂੰ ਕੁਝ ਸਿਖਾ ਲੇਗਾ, ਤੇ ਮੇਰੇ ਕੋਲ, ਮੈਂ ਹੁਣ ਦਿਹਾੜੀ ਕਰਨ ਜਾਂਦੀ ਆ ਤੇ ਉਹ, ਜਾਂ ਮੈਂ ਕਿਸੇ ਦੇ ਭਾਂਡੇ ਮਾਂਜਦੀ ਆ, ਉਹ ਜਿਹੜੇ ਮੈਨੂੰ 150 ਮਿਲਦਾ ਜਾਂ 100 ਮਿਲਦਾ, ਉਹ ਨਹੀਂ ਮੈਨੂੰ ਮਿਲੇਗਾ। ਮੈਂ ਕਿਵੇਂ ਸਬਜ਼ੀ ਲਿਆਉਂਗੀ, ਕਿਵੇਂ ਆਟਾ ਲਿਆਉਂਗੀ? ਠੀਕ ਹੈ। ਇਹ ਚੀਜ਼ਾਂ ਨੇ। ਪਰ ਲੇਕਿਨ ਕੋਈ ਵੀ ਚੀਜ਼ ਨੂੰ ਤੁਸੀਂ ਤੁਰ ਪਵੋ, ਆਪਣੀ ਆਤਮਾ ਦੇ ਨਾਲ ਡੀਪਲੀ ਗੱਲ ਕਰਨੀ ਸਟਾਰਟ ਕਰ ਲਓ, ਤਾਂ ਤੁਹਾਨੂੰ ਰਸਤਾ ਕੋਈ ਨਾ ਕੋਈ ਜ਼ਰੂਰ ਨਿਕਲੇਗਾ। ਠੀਕ ਹੈ। ਕੋਈ ਨਾ ਕੋਈ ਤੁਹਾਨੂੰ ਮਿਲ ਜਾਏਗਾ ਹੱਥ ਫੜਨ ਵਾਲਾ, ਜਾਂ ਤੁਸੀਂ ਖੁਦ ਖੋਜ ਕਰੋ ਮੇਰੀ ਕੋਈ ਮਦਦ ਕਰੇ। ਚਾਹੇ ਆਪਾਂ ਇੱਥੇ ਵੀ ਹੋਈਏ, ਇੱਥੇ ਵੀ ਮੈਂ ਕਹਿੰਦੀ ਆ ਹਮੇਸ਼ਾ ਕਿ ਭੈਣਾਂ ਇੱਕ ਦੂਸਰੇ ਦੀ ਮਦਦ ਕਰੋ। ਕਿਸੇ ਨੂੰ ਵੀ ਕੋਈ ਤਕਲੀਫ ਆਈ ਆ, ਉਹਦੇ ਨਾਲ ਗੱਲਬਾਤ ਕਰੋ, ਕਿਉਂਕਿ ਜੇ ਇਨਸਾਨ ਇੱਕ ਦੂਸਰੇ ਦੀ ਆਪਾਂ ਮਦਦ ਕਰੀਏ ਤੇ ਮੈਂ ਕਹਿੰਦੀ ਬਹੁਤ ਚੀਜ਼ਾਂ ਠੀਕ ਹੋ ਸਕਦੀਆਂ। ਪਰ ਅਸੀਂ ਇਹ ਵੀ ਨਹੀਂ ਨਾ ਕਰਦੇ, ਹੈ ਨਾ? ਐਗਰੀ ਹੋ ਇਸ ਚੀਜ਼ ਦੇ ਨਾਲ? ਬਿਲਕੁਲ ਸਹੀ ਬਾਤ ਹੈ। ਹਾਂ, ਸੋ ਸਾਰੇ ਕਿਤੇ ਵੀ ਆਪਾਂ ਹੋਈਏ, ਹਰ ਔਰਤ ਅੱਗੇ ਵਧਣ ਵਾਸਤੇ ਆਪਣਾ ਸਿੱਖੋ। ਚਾਹੇ ਤੁਸੀਂ ਕੰਮ ਕਰੋ ਨਾ ਕਰੋ, ਪਰ ਸਕਿੱਲ ਜ਼ਰੂਰ ਲਰਨ ਕਰੋ। ਮੈਂ ਇਦਾਂ ਨਹੀਂ ਕਹਿ ਰਹੀ ਕਿ ਤੁਸੀਂ ਜੋ ਕਰਨਾ ਹੀ ਇਹ ਕੰਮ। ਅਗਰ ਤੁਹਾਡਾ ਘਰ-ਬਾਰ ਅੱਛਾ ਚੱਲ ਰਿਹਾ ਆ ਤੇ ਕੋਈ ਗੱਲ ਨਹੀਂ ਵੀ ਕੀਤਾ ਤਾਂ, ਪਰ ਕੰਮ ਸਿੱਖਿਆ ਹੋਏਗਾ, ਤੁਹਾਡਾ ਕਿਤੇ ਜਾਣ ਨਹੀਂ ਲੱਗਿਆ। ਕਹਿੰਦੇ ਨੇ ਕਿ ਤੁਹਾਡੇ ਕੋਲੋਂ ਪੈਸਾ ਖੋਇਆ ਜਾ ਸਕਦਾ, ਠੀਕ ਹੈ ਨਾ? ਜਾਂ ਹੋਰ ਕੋਈ ਚੀਜ਼ ਖੋਈ ਜਾਂਦੀ ਆ, ਚੋਰੀ ਹੋ ਗਈ ਆ, ਸਾਡੇ ਘਰ ਦੇ ਵਿੱਚ ਚੋਰੀ ਹੋ ਗਈ, ਜਾਂ ਸਾਡੇ ਨਾਲ ਕੋਈ ਹੇਰਾ ਫੇਰੀ ਹੋ ਗਈ, ਪਰ ਤੁਹਾਡੀ ਨੌਲੇਜ ਨੂੰ ਕੋਈ ਖੋ ਨਹੀਂ ਸਕਦਾ।